435 ਦੇ ਉੱਪਰ ਸ਼ੁਭਾਇਮਾਨ ਹੈ। गुरु नानक पातशाह की जो बाणी है पट्टी लिखी उस तो इमीडिएटली बाद गुरु अमरदास पातशाह की बाणी दर्ज है। इस बाणी दियां केवल 18 पौड़ियां हैं। ਇਹਦੀ ਵਿਚਾਰ ਅਸੀਂ ਪਿਛਲੇ ਕਲਾਸ ਵਿੱਚ ਆਰੰਭ ਕੀਤੀ ਸੀ ਤੇ ਇੱਕ ਰਹਾਉ ਦੇ ਦਾ ਬੰਦ ਅਤੇ ਦੋ ਪੌੜੀਆਂ ਦੇ ਵਿਚਾਰ ਅਸੀਂ ਪਿਛਲੀ ਵਾਰ ਕੀਤੀ ਸੀ। ਰਹਾਉ ਦਾ ਬੰਦ ਇੱਕ ਵਾਰੀ ਫਿਰ ਦੁਹਰਾ ਲੈਂਦੇ ਹਾਂ। ਮਨ ऐसा लेखा तू की पढ़िया लेखा देना तेरा सिर रहा। मन ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਹਨ ਤੂੰ ਕਿਹੋ ਜਿਹਾ ਐਸਾ ਲੇਖਾ ਇਹੋ ਜਿਹਾ ਲੇਖਾ ਤੂੰ ਕੀ ਪੜਿਆ ਹੈ, ਇਹੋ ਜਿਹਾ ਤੂੰ ਲੇਖਾ ਪੜਿਆ ਹੈ ਜਾਂ ਇਹੋ ਜਿਹਾ ਲੇਖਾ ਪੜਨ ਦਾ ਕੀ ਲਾਭ ਹੋਇਆ ਤੈਨੂੰ ਕਿ ਲੇਖਾ ਦੇਣਾ ਤੇਰਾ ਸਿਰ ਰਿਹਾ। ਸਿਰ ਰਿਹਾ ਦਾ ਭਾਵ ਕੀ ਹੁੰਦਾ ਹੈ ਕਿ ਜਿਹੜਾ ਸਾਡੇ ਸਿਰ ਦੇ ਉੱਤੇ ਕਰਜ਼ਾ ਜਾਂ ਸਾਡੇ ਅਗੇਂਸਟ ਕੋਈ ਡਿਊਜ਼ ਹੋਵੇ, ਜਿਵੇਂ ਕਿਸੇ ਕੋਲੋਂ ਅਸੀਂ ਲੋਨ ਲਿੱਤਾ ਹੋਵੇ, ਕਰਜ਼ਾ ਲਿੱਤਾ ਹੋਵੇ ਤੇ ਉਸ ਨੂੰ ਵਾਪਸ ਨਾ ਕਰ ਸਕੀਏ ਤਾਂ ਇਹ ਕਿਹਾ ਜਾਏਗਾ ਕਿ ਸਾਡੇ ਸਿਰ ਤੇ ਉਹਦਾ ਕਰਜ਼ਾ ਚੜਿਆ ਹੋਇਆ ਹੈ। ਉਹ ਸਿਰ ਰਿਹਾ ਜੋ ਹੈ ਇੱਕ ਮੁਹਾਵਰਾ ਹੈ ਜਿਹਦਾ ਭਾਵ ਹੈ ਕਿ ਅਸੀਂ ਕਿਸੇ ਦੇ ਦੇਣਦਾਰ ਹਾਂ। ਸੋ ਲੇਖਾ ਦੇਣਾ ਦਾ ਭਾਵ ਲੇਖੇ ਦਾ ਜੋ ਅਖਰੀ ਅਰਥ ਹੁੰਦਾ ਉਹ ਤਾਂ ਹੁੰਦਾ ਹੈ ਹਿਸਾਬ। ਉਹ ਹਿਸਾਬ ਦੇਣਾ ਦਾ ਭਾਵ ਇਹ ਹੈ ਕਿ ਜਿਹੜਾ ਬੰਦਾ ਦੇਣਦਾਰ ਹੈ ਉਸਨੇ ਲੇਖਾ ਦੇਣਾ ਹੈ ਤੇ ਜਿਹਦਾ ਕ੍ਰੈਡਿਟ ਹੈ ਉਹ ਲੈਣਦਾਰ ਹੈ, ਉਹਨੇ ਲੇਖਾ ਲੈਣਾ ਹੈ। ਉਹ ਗੁਰੂ ਸਾਹਿਬ ਇੱਥੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਬਈ ਤੂੰ ਇਹ ਕਿਹੋ ਜਿਹਾ ਤੂੰ ਹਿਸਾਬ ਕਿਤਾਬ ਪੜ੍ਹਿਆ ਹੈ, ਇਹ ਤੇਰੇ ਸਿਰ ਦੇ ਉੱਤੇ ਅਜੇ ਵੀ ਦੇਣਦਾਰੀ ਚੜੀ ਹੋਈ ਹੈ। ਭਾਵ ਜੋ ਜਿਸ ਮਕਸਦ ਵਾਸਤੇ ਤੂੰ ਇਹ ਪੜ੍ਹਾਈ ਕੀਤੀ ਉਹ ਮਕਸਦ ਤਾਂ ਹੱਲ ਹੋਇਆ ਨਹੀਂ, ਉਹ ਕੰਮ ਸਫਲ ਹੋਇਆ ਨਹੀਂ। ਉਹ ਇਸ਼ਾਰਾ ਗੁਰੂ ਸਾਹਿਬ ਦਾ ਇਹ ਹੈ ਕਿ ਦੁਨੀਆ ਦੇ ਅੰਦਰ ਇਨਸਾਨ ਬਹੁਤ ਗਿਆਨ ਹਾਸਲ ਕਰਦੇ ਨੇ, ਪੜ੍ਹਾਈਆਂ ਕਰਦੇ ਨੇ, ਪੜ੍ਹ ਲਿਖ ਕੇ ਇਤਨਾ ਗਿਆਨ ਹਾਸਲ ਕਰ ਲੈਂਦੇ ਨੇ ਕਿ ਫਿਰ ਉਹ ਦੂਜਿਆਂ ਨੂੰ ਪੜ੍ਹਾਉਣ ਲੱਗ ਪੈਂਦੇ ਨੇ। ਪਰ ਉਹ ਨਿਰੀ ਪੜ੍ਹਾਈ ਜਿਹੜੀ ਹੈ ਉਹ ਸਿਰਫ ਅਖਰੀ ਗਿਆਨ ਜਾਂ ਦਿਮਾਗੀ ਗਿਆਨ ਤੱਕ ਹੀ ਸੀਮਿਤ ਹੁੰਦਾ ਹੈ। ਉਹਦਾ ਜੀਵਨ ਦੀ ਤਰੱਕੀ ਦੇ ਰਸਤੇ ਵਿੱਚ ਕੋਈ ਲਾਭ ਹੁੰਦਾ ਨਹੀਂ ਹੈ। ਆਮ ਹਾਲਾਤਾਂ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਸਾਡੀ ਸਾਰੀ ਪੜ੍ਹਾਈ ਦੇ ਉੱਤੇ ਜੋ ਜ਼ੋਰ ਹੈ, ਸਾਡਾ ਸਾਰਾ ਜੋ ਪੜ੍ਹਾਈ ਦੇ ਨਾਲ ਤਲਕ ਰੱਖਦਾ ਫੋਕਸ ਜੋ ਹੈ ਸਾਡਾ, ਉਹ ਇਸ ਗੱਲ ਦੇ ਉੱਤੇ ਹੁੰਦਾ ਹੈ ਕਿ ਬਈ ਅਸੀਂ ਕੋਈ ਐਸੀ ਪੜ੍ਹਾਈ ਕਰੀਏ, ਐਸੀ ਡਿਗਰੀ ਲੈ ਲਈਏ ਜਿਹਨੂੰ ਪੜ੍ਹ ਕੇ, ਜਿਸ ਡਿਗਰੀ ਨੂੰ ਹਾਸਲ ਕਰਕੇ ਅੱਗੋਂ ਸਾਨੂੰ ਚੰਗੀ ਨੌਕਰੀ ਮਿਲ ਜਾਵੇ ਜਾਂ ਅਸੀਂ ਉਸ ਗਿਆਨ ਦੇ ਆਧਾਰ ਦੇ ਉੱਤੇ ਕੋਈ ਚੰਗਾ ਵਪਾਰ ਸ਼ੁਰੂ ਕਰ ਲਈਏ। ਦੋਨੋਂ ਹੀ ਹਾਲਾਤਾਂ ਦੇ ਅੰਦਰ ਭਾਵਨਾ ਇਹ ਹੁੰਦੀ ਹੈ ਕਿ ਬਈ ਇਹ ਸਾਡਾ ਜੋ ਗਿਆਨ ਹੈ ਇਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਧਨ ਕਮਾਉਣ ਦੇ ਵਾਸਤੇ ਕੈਪੇਬਲ ਬਣਾ ਦੇਵੇ, ਸਾਨੂੰ ਐਸੀ ਸਮਰੱਥਾ ਦੇ ਦੇਵੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਧਨ ਕਮਾ ਸਕੀਏ। ਸਾਡੇ ਸਾਰੇ ਗਿਆਨ ਹਾਸਲ ਕਰਨ ਦਾ ਜੋ ਦਾਰੋਮਦਾਰ ਹੁੰਦਾ ਹੈ, ਜੋ ਸਾਰਾ ਫੋਕਸ ਹੁੰਦਾ ਹੈ, ਉਹ ਹੁੰਦਾ ਹੈ ਕਿ ਇਸ ਗਿਆਨ ਨੂੰ ਵਰਤ ਕੇ ਅਸੀਂ ਕਮਾਈ ਕਿੰਨੀ ਕਰਨ ਜੋਗੇ ਹੋ ਜਾਵਾਂਗੇ। ਕਮਾਈ ਕਰਨੀ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ। ਕਿਰਤ ਕਰਨੀ ਗੁਰਮਤਿ ਵਿੱਚ ਕਿਤੇ ਵੀ ਮਨਾਹੀ ਨਹੀਂ ਹੈ, ਬਲਕਿ ਜਿਹੜੇ ਕਿਰਤਕਾਰ ਨਾ ਕਰਕੇ ਦੁਨੀਆ ਨੂੰ ਛੱਡ ਕੇ ਤੇ ਮੰਗਤੇ ਬਣ ਕੇ ਫਿਰਦੇ ਹਨ ਜਾਂ ਲੋਕਾਂ ਦੇ ਘਰੋਂ ਮੰਗ ਕੇ ਗੁਜ਼ਾਰਾ ਕਰਦੇ ਹਨ, ਗੁਰਬਾਣੀ ਨੇ ਉਹਨਾਂ ਦਾ ਖੰਡਨ ਕੀਤਾ ਹੈ। ਸੋ ਕਿਰਤ ਕਰਨੀ ਸਾਡੇ ਜੀਵਨ ਦਾ ਜ਼ਰੂਰੀ ਅੰਗ ਹੈ, ਪਰ ਨਿਰਾ ਇਹੀ ਕੰਮ ਨਹੀਂ ਹੈ ਜਿਸ ਵਾਸਤੇ ਸਾਡੀ ਜ਼ਿੰਦਗੀ ਸਾਨੂੰ ਜੀਵਨ ਵਾਸਤੇ ਮਿਲੀ ਸੀ। ਅੰਗਰੇਜ਼ੀ 'ਚ ਇੱਕ ਆਮ ਬੜੀ ਪਪੂਲਰ ਕਹਾਵਤ ਹੈ ਕਿ ਈਟ ਟੂ ਲਿਵ, ਡੂ ਨਾਟ ਲਿਵ ਟੂ ਈਟ। ਤੋ ਉਹਦਾ ਵੀ ਭਾਵ ਤਕਰੀਬਨ ਇਸੇ ਗੱਲ ਨਾਲ ਮਿਲਦਾ ਜੁਲਦਾ ਹੈ ਕਿ ਜਿਵੇਂ ਉਹ ਕਹਿ ਰਹੇ ਹਨ ਕਿ ਭਈ ਜਿਉਂਦੇ ਰਹਿਣ ਵਾਸਤੇ ਖਾਣਾ ਖਾਓ, ਨਿਰਾ ਖਾਣਾ ਖਾਣ ਵਾਸਤੇ ਥੋੜ੍ਹਾ ਜਿਉਂਦੇ ਰਹਿਣਾ ਹੈ। ਤੋ ਇਵੇਂ ਹੀ ਅਸੀਂ ਕਿਰਤ ਕਰਕੇ
ਜੀਵਨ ਦਾ ਨਿਰਵਾਹ ਕਰਨ ਵਾਸਤੇ ਧਨ ਦੀ ਕਮਾਈ ਕਰਨੀ ਹੈ, ਆਪਣਾ ਗੁਜ਼ਾਰਾ ਕਰਨਾ ਹੈ, ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ। ਇਸ ਸਭ ਕਾਸ ਵਾਸਤੇ ਅਸੀਂ ਕਿਰਤ ਕਰਕੇ ਕਮਾਈ ਕਰਨੀ ਹੈ। ਪਰ ਸਾਰੀ ਜ਼ਿੰਦਗੀ ਸਿਰਫ ਇਸੇ ਅਰਥ ਹੀ ਲੱਗ ਜਾਵੇ ਕਿ ਬਸ ਧਨ ਕਮਾਉਣਾ ਹੈ ਤੇ ਪੇਟ ਪਾਲਣਾ ਹੈ ਤੇ ਬਸ ਦੈਟਸ ਦੀ ਐਂਡ ਆਫ ਇਟ, ਤਾਂ ਇਹ ਜੀਵਨ ਦਾ ਕੋਈ ਲਾਭ ਨਹੀਂ ਹੈ। ਇਹੋ ਜਿਹਾ ਕੰਮ ਤੇ ਪੰਛੀ, ਪਸ਼ੂ, ਹੋਰ ਕੀੜੇ ਮਕੌੜੇ ਇਹ ਸਭ ਵੀ ਕਰ ਲੈਂਦੇ ਹਨ। ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ। ਕੀੜੀਆਂ ਵੀ ਤੁਸੀਂ ਦੇਖੋ ਕਿੰਨੇ ਐਫਰਟ ਦੇ ਨਾਲ ਸਾਰਾ ਦਿਨ ਆਪਣਾ ਤੁਰਦੀਆਂ ਫਿਰਦੀਆਂ ਰਹਿੰਦੀਆਂ ਨੇ, ਇੱਕ ਦੂਜੇ ਦੇ ਦਾਣੇ ਇਕੱਠੇ ਕਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹੀ ਪੰਛੀ ਵੀ ਜਿਉਂ ਸਵੇਰੇ ਉੱਠਦੇ ਹਨ, ਦਾਣੇ ਇਕੱਠੇ ਕਰਦੇ ਹਨ। ਪਸ਼ੂ ਵੀ ਆਪਣੀ ਖੁਰਾਕ ਦਾ ਇੰਤਜ਼ਾਮ ਕਰ ਲੈਂਦੇ ਹਨ। ਤਾਂ ਉਹਨਾਂ ਦੇ ਵਿੱਚ ਤੇ ਇਨਸਾਨ ਵਿੱਚ ਫਰਕ ਕੀ ਹੋਇਆ ਕਿ ਜੇ ਇਨਸਾਨ ਦੀ ਵੀ ਸਾਰੀ ਜ਼ਿੰਦਗੀ ਸਿਰਫ ਖੁਰਾਕ ਜਾਂ ਰਹਿਣ ਦਾ ਆਲਣਾ ਬਣਾਉਣ ਤੱਕ ਹੀ ਸੀਮਿਤ ਰਹਿ ਜਾਵੇ। ਇਨਸਾਨ ਦੀ ਜ਼ਿੰਦਗੀ ਵਾਸਤੇ ਰੋਟੀ, ਕੱਪੜਾ, ਮਕਾਨ, ਇਹ ਤਿੰਨ ਚੀਜ਼ਾਂ ਜ਼ਰੂਰਤ ਮੰਨੀਆਂ ਗਈਆਂ ਹਨ। ਪਰ ਇਹ ਸਾਰੀਆਂ ਜ਼ਿੰਦਗੀ ਦੇ ਸਾਰੇ ਜੋ ਐਫਰਟ ਨੇ, ਸਾਰਾ ਜ਼ੋਰ ਸਿਰਫ ਰੋਟੀ, ਕੱਪੜੇ, ਮਕਾਨ ਦੇ ਉੱਤੇ ਹੀ ਲੱਗ ਜਾਵੇ ਤੇ ਉਹ ਜ਼ਿੰਦਗੀ ਵੀ ਫਿਰ ਪਸ਼ੂ ਪੰਛੀਆਂ ਨਾਲੋਂ ਕੋਈ ਬਿਹਤਰ ਜ਼ਿੰਦਗੀ ਨਹੀਂ ਹੈ। ਉਹ ਜਿਹੜਾ ਇਹ ਸਵਾਲ ਹੈ ਤੂੰ ਕੀ ਪੜ੍ਹਿਆ, ਇਹਦੇ ਅੰਦਰ ਇੱਕ ਪਿੱਛੇ ਲੁਕਿਆ ਹੋਇਆ ਇੱਕ ਵਿਅੰਗ ਹੈ, ਕਟਾਕਸ਼ ਹੈ ਕਿ ਤੂੰ ਇਹੋ ਜਿਹਾ ਕੀ ਗਿਆਨ ਹਾਸਲ ਕੀਤਾ ਹੈ ਕਿ ਤੇਰੇ ਸਿਰ ਦੇ ਉੱਤੇ ਲੇਖਾ ਦੇਣਾ ਅਜੇ ਵੀ ਬਚਿਆ ਹੈ। ਜਿਸ ਕੰਮ ਵਾਸਤੇ ਤੈਨੂੰ ਜ਼ਿੰਦਗੀ ਮਿਲੀ ਸੀ ਉਹ ਕੰਮ ਤੇਰੇ ਕੋਲੋਂ ਸੰਪੂਰਨ ਹੋਇਆ ਨਹੀਂ, ਸਫਲ ਹੋਇਆ ਨਹੀਂ। ਤਾਂ ਗੁਰਬਾਣੀ ਨੇ ਇਹ ਸਿਧਾਂਤ, ਇਹ ਸਿੱਖਿਆ ਸਾਨੂੰ ਬਾਰ-ਬਾਰ ਦਿੱਤੀ ਹੈ ਕਿ ਮਨੁੱਖੀ ਜਨਮ ਜਿਹੜਾ ਹੈ ਉਹ ਪਸ਼ੂ ਪੰਛੀਆਂ ਨਾਲੋਂ, ਹੋਰ ਜੂਨੀਆਂ ਨਾਲੋਂ ਬਿਹਤਰ ਹੈ। ਇਹ ਦੂਜੀ ਜੂਨੀਆਂ ਜਿਹੜੀਆਂ ਹਨ ਉਹ ਤਾਂ ਸਗੋਂ ਇਨਸਾਨ ਦੀ ਮਦਦ ਵਾਸਤੇ, ਸੇਵਾ ਵਾਸਤੇ ਹਨ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਸਿੱਖਦਾਰੀ ਦਾ ਜੋ ਆਖਰੀ ਅਰਥ ਹੁੰਦਾ ਹੈ ਉਹ ਹੁੰਦਾ ਹੈ ਜਿਹਦਾ ਸਿੱਕਾ ਚੱਲਦਾ ਹੋਵੇ। ਸਿੱਕਾ ਕਿਹਦਾ ਚੱਲਦਾ ਹੈ? ਜਿਹਦਾ ਹੁਕਮ, ਜਿਹਦਾ ਰਾਜ ਚੱਲਦਾ ਹੋਵੇ। ਸਿੱਕਾ ਬਾਦਸ਼ਾਹ ਦਾ ਜਾਂ ਸਰਕਾਰ ਦਾ ਹੀ ਹੁੰਦਾ ਹੈ। ਉਹ ਇਨਸਾਨ ਦੀ, ਮਨੁੱਖਾ ਜੂਨੀ ਦੀ ਬਾਕੀ ਜੂਨੀਆਂ ਦੇ ਉੱਪਰ ਸਿੱਖਦਾਰੀ ਹੈ। ਉਹਦਾ ਰੋਬ ਚੱਲਦਾ ਹੈ, ਉਹਦਾ ਹੁਕਮ ਚੱਲਦਾ ਹੈ। ਇਨਸਾਨ ਕੋਲ ਇਹ ਕਾਬਲੀਅਤ ਹੈ ਕਿ ਬਹਾਦਰ ਤੋਂ ਬਹਾਦਰ ਔਰ ਆਪਣੇ ਨਾਲੋਂ ਜ਼ਿਆਦਾ ਦਮ ਰੱਖਣ ਵਾਲਾ, ਆਪਣੇ ਤੋਂ ਕਿਤੇ ਸਰੀਰਕ ਬਲ ਦੇ ਵਿੱਚ ਜ਼ਿਆਦਾ ਜਿਹੜਾ ਬਲ ਵਾਲਾ ਹਾਥੀ ਹੈ ਉਸ ਨੂੰ ਕਾਬੂ ਕਰ ਲੈਂਦਾ ਹੈ। ਆਪਣੇ ਤੋਂ ਜ਼ਿਆਦਾ ਚੁਸਤ, ਚਲਾਕ ਤੇ ਬਲਸ਼ਾਲੀ ਸ਼ੇਰ ਨੂੰ ਵੀ ਪਿੰਜਰੇ 'ਚ ਬੰਦ ਕਰ ਲੈਂਦਾ ਹੈ। ਹੋਰ ਕਈ ਜਾਨਵਰਾਂ ਪਾਸੋਂ ਵੀ ਆਪਣੀ ਮਰਜ਼ੀ ਦਾ ਕੰਮ ਕਰਵਾ ਲੈਂਦਾ ਹੈ। तो ऐसी जो ਦਾਤ ਪ੍ਰਮਾਤਮਾ ਵੱਲੋਂ ਇਨਸਾਨ ਨੂੰ ਮਿਲੀ ਹੈ ਤਾਂ ਇਸ ਲਈ ਇਨਸਾਨ ਦੀ ਹੀ ਸਿੱਖਦਾਰੀ ਹੈ, ਉਹਦਾ ਸਿੱਕਾ ਚੱਲਦਾ ਹੈ। ਪਰ ਇਹ ਸਾਰੇ ਜੋ ਐਕਸਟਰਾ ਬੈਨੀਫਿਟਸ ਨੇ, ਜੋ ਐਕਸਟਰਾ ਫੈਸਿਲਿਟੀਜ਼ ਨੇ, ਜੋ ਐਕਸਟਰਾ ਬਖਸ਼ਿਸ਼ਾਂ ਪਰਮਾਤਮਾ ਨੇ ਮਨੁੱਖਾ ਜੀਵਨ ਵਿੱਚ ਇਨਸਾਨ ਨੂੰ ਦਿੱਤੀਆਂ ਨੇ, ਉਹਦੇ ਪਿੱਛੇ ਇੱਕ ਖਾਸ ਮਕਸਦ ਸੀ ਕਿ ਇਹਨਾਂ ਬਖਸ਼ਿਸ਼ਾਂ ਨੂੰ, ਇਹਨਾਂ ਦਾਤਾਂ ਨੂੰ ਵਰਤ ਕੇ ਇਨਸਾਨ ਨੇ ਆਪਣਾ ਜੀਵਨ ਇਸ ਤਰੀਕੇ ਨਾਲ ਸੰਵਾਰਨਾ ਹੈ ਕਿ ਉਹ ਬਖਸ਼ਣਹਾਰ ਪਰਮਾਤਮਾ ਦੇ ਨਾਲ ਹੀ ਅਭੇਦਤਾ ਹਾਸਲ ਕਰਨ ਜੋਗਾ ਹੋ ਜਾਵੇ, ਉਹਦੇ ਵਿੱਚ ਹੀ ਅਭੇਦ ਹੋ ਜਾਵੇ। ਮਨੁੱਖਾ ਜੀਵਨ ਦਾ ਮਨੋਰਥ ਤਾਂ ਇਹੀ ਸੀਗਾ। ਪਰ ਜੇ ਇਨਸਾਨ ਆ ਕੇ ਤੇ ਸਿਰਫ ਉਹ ਵੀ ਰੋਟੀ, ਕੱਪੜੇ, ਮਕਾਨ ਦੇ ਆਹਾਰ ਵਿੱਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਦੇਵੇ ਤੇ ਸਾਰੀ ਪੜ੍ਹਾਈ ਜਿਹੜੀ ਹੈ ਉਹ ਇਸੇ ਪਾਸੇ ਹੀ ਧਿਆਨ ਰੱਖੇ, ਤਾਂ ਫਿਰ ਸਵਾਲ ਪੁੱਛਣਾ ਬਣਦਾ ਹੀ ਹੈ ਕਿ ਵੀ ਤੂੰ ਕੀ ਪੜ੍ਹਿਆ, ਕਿਹੋ ਜਿਹਾ ਪੜ੍ਹਿਆ ਤੂੰ, ਜਿਹੜਾ ਅੱਜ ਕੰਮ ਕਰਨ ਆਇਆ ਸੀ ਉਹ ਤਾਂ ਕੀਤਾ ਨਹੀਂ। तो ये राहों ਦੇ ਬੰਦ ਦੇ ਅੰਦਰ ਇਹੀ ਪ੍ਰਸ਼ਨ ਜਿਹੜਾ ਗੁਰੂ ਸਾਹਿਬ ਨੇ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਡੇ ਸਾਹਮਣੇ ਵੀ ਰੱਖਿਆ ਹੈ, ਸਾਨੂੰ ਵੀ ਇਹ ਸੋਚਣ ਵਾਸਤੇ ਮਜਬੂਰ ਕਰ ਰਹੇ ਹਨ ਕਿ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਇਹੋ ਜਿਹਾ ਗਿਆਨ ਕਿਹੋ ਜਿਹਾ ਤੂੰ ਕੀ ਹਾਸਲ ਕੀਤਾ ਹੈ, ਇਹੋ ਜਿਹੀ ਪੜ੍ਹਾਈ ਕਰਨ ਦਾ ਤੁਹਾਨੂੰ ਕੀ ਲਾਭ ਹੋਇਆ ਹੈ, ਤੂੰ ਕੀ ਪੜ੍ਹਿਆ ਮਤਲਬ ਕੋਈ ਠੀਕ ਨਹੀਂ ਪੜ੍ਹਿਆ, ਕਿਹੋ ਜਿਹਾ ਪੜ੍ਹਿਆ, ਚੰਗਾ ਕੀ ਚੰਗਾ ਨਹੀਂ ਪੜ੍ਹਿਆ ਕਿ ਐਜ਼ ਅ ਰਿਜ਼ਲਟ ਆਫ दैट ਲੇਖਾ ਦੇਣਾ ਤੇਰੇ ਸਿਰ ਰਿਹਾ, ਤੇਰੇ ਸਿਰ ਤੇ ਅਜੇ ਵੀ ਕਰਜ਼ ਹੈ, ਦੇਣਦਾਰੀ ਹੈ। ਪਰਮਾਤਮਾ ਵੱਲੋਂ ਜਿਸ ਕੰਮ ਵਾਸਤੇ ਤੈਨੂੰ ਭੇਜਿਆ ਗਿਆ ਸੀ ਉਹ ਕੰਮ ਤੂੰ ਨਿਬੇੜਿਆ ਨਹੀਂ ਹੈ। ਤਾਂ ਬਾਕੀ ਦੇ ਪਦਿਆਂ ਦੇ ਵਿੱਚ ਫਿਰ ਇਸੇ ਹੀ ਥੀਮ ਨੂੰ ਧਿਆਨ ਵਿੱਚ ਰੱਖ ਕੇ ਜੋ ਕਰਨ ਵਾਲੇ ਕੰਮ ਸਨ ਉਹਨਾਂ ਦਾ ਜੋ ਹੈ ਵਿਸਥਾਰ ਕੀਤਾ ਗਿਆ ਹੈ ਤੇ ਨਾਲ-ਨਾਲ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਸਭ ਕੁਝ ਕਰਨ ਵਾਸਤੇ ਤੇਰੇ ਕੋਲ ਸਮਾਂ ਵੀ ਸੀਮਿਤ ਹੈ।
ਗਿਣੇ ਮਿੱਥੇ ਸਵਾਸ ਤੈਨੂੰ ਮਿਲੇ ਹਨ। ਕਾਲ ਤੇਰੇ ਸਿਰ ਦੇ ਉੱਤੇ ਖੜਾ ਹੈ ਤੇ ਜਿਹੜਾ ਸਮਾਂ ਤੂੰ ਪਰਮਾਤਮਾ ਵਾਲੇ ਗੁਣ ਹਾਸਲ ਕਰਨ ਵਾਸਤੇ ਤੇ ਆਪਣੇ ਅੰਦਰੋਂ ਔਗੁਣਾਂ ਨੂੰ ਕੱਢਣ ਵਾਸਤੇ ਲਗਾਉਣਾ ਸੀ, ਉਹ ਕੰਮ ਤੂੰ ਕੀਤਾ ਨਹੀਂ ਤੇ ਗੁਣਾਂ ਨੂੰ ਤੂੰ ਧਾਰਨ ਕੀਤਾ ਨਹੀਂ, ਗੁਣ ਵਿਸਾਰ ਦਿੱਤੇ ਤੇ ਔਗਣ ਤੂੰ ਆਪਣੇ ਅੰਦਰ ਟਿਕਾ ਲਿੱਤੇ। ਤਾਂ ਇਹ ਐਸੀ ਪੜ੍ਹਾਈ ਤੇਰੇ ਕਿਸੇ ਕੰਮ ਦੀ ਨਹੀਂ ਹੈ। ਗੁਣ ਧਾਰਨ ਕਰਨ ਵਾਸਤੇ ਜੋ ਪ੍ਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਉਣਾ ਇੱਕ ਜ਼ਰੂਰੀ ਕੰਮ ਸੀ, ਉਹ ਕੰਮ ਤਾਂ ਤੂੰ ਕੀਤਾ ਨਹੀਂ ਤੇ ਸਮਾਂ ਅਜਾਈਂ ਗਵਾ ਦਿੱਤਾ। ਇਹ ਕੁਝ ਕਰਦਿਆਂ ਹੋਇਆਂ ਤੇਰਾ ਜੀਵਨ ਸਾਰਾ ਇਵੇਂ ਹੀ ਖਤਮ ਹੋ ਜਾਂਦਾ ਹੈ, ਤੇਰੀ ਤਾਕਤ ਵੀ ਖਤਮ ਹੋ ਜਾਂਦੀ ਹੈ। ਇਹ ਪਹਿਲੇ 2 ਪਦਿਆਂ ਦੇ ਅੰਦਰ ਗੁਰੂ ਸਾਹਿਬ ਨੇ ਇਹ ਵਿਚਾਰ ਦਿੱਤੇ। ਹੁਣ ਤੀਸਰੀ ਪੌੜੀ ਦੇ ਅੰਦਰ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਬੱਬੈ ਬੂਝੈ ਨਾਹੀ ਮੂੜੇ, ਭਰਮ ਭੁੱਲੇ ਤੇਰਾ ਜਨਮ ਗਿਆ, ਅਨਹੋਂਦਾ ਨਾਉ ਧਰਾਇਓ ਪਾਂਧਾ, ਪਵਰਾਂ ਕਾ ਭਾਰ ਤੁਧ ਲਿਆ। ਇਹ ਹੁਣ ਸੰਬੋਧਨ ਹੈ ਉਸ ਬੰਦੇ ਨੂੰ ਜਿਹੜਾ ਆਪਣੇ ਆਪ ਨੂੰ ਉਸਤਾਦ ਸਿੱਧ ਕਰ ਰਿਹਾ ਹੈ, ਜਿਹੜਾ ਦੂਜਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਿਹਾ ਹੈ। ਪਾਂਧਾ ਦਾ ਜੋ ਅਖਰੀ ਅਰਥ ਹੈ ਉਹ ਹੈ ਪੜ੍ਹਾਉਣ ਵਾਲਾ, ਉਸਤਾਦ, ਟੀਚਰ। ਪੁਰਾਣੇ ਜ਼ਮਾਨੇ ਵਿੱਚ ਇਹ ਡਿਪਾਰਟਮੈਂਟ ਜਿਹੜਾ ਸੀਗਾ, ਇਹ ਬ੍ਰਾਹਮਣ ਨੇ ਆਪਣੇ ਵਕਤ ਰਿਜ਼ਰਵ ਕੀਤਾ ਹੋਇਆ ਸੀ। ਅੱਜ ਦੇ ਜ਼ਮਾਨੇ ਦੇ ਅੰਦਰ ਕਿਸੇ ਨੇ ਸਕੂਲ ਵਿੱਚ ਟੀਚਰ ਲੱਗਣਾ ਹੋਵੇ, ਕੋਈ ਮਿਨੀਮਮ ਐਜੂਕੇਸ਼ਨ, ਮਿਨੀਮਮ ਕੁਆਲੀਫਿਕੇਸ਼ਨ ਚਾਹੀਦੀ ਹੈ। ਫਿਰ ਉਹ ਵੀ ਕਿਸੇ ਉੱਚੇ ਦਰਜੇ 'ਚ ਚੰਗੇ ਨੰਬਰਾਂ ਦੇ ਨਾਲ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਫਿਰ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ ਤੇ ਬੜੇ ਲੋਕ ਹਨ ਜਿਨ੍ਹਾਂ ਦੇ ਕੋਲ ਉਹ ਸੇਮ ਐਜੂਕੇਸ਼ਨ ਹੁੰਦੀ ਹੈ, ਤਾਂ ਫਿਰ ਭਰਤੀ ਕਰਨ ਵੇਲੇ ਉਹਨਾਂ ਦੇ ਟੈਸਟ ਵੀ ਲਏ ਜਾਂਦੇ ਹਨ, ਉਹਨਾਂ ਦੀ ਇੰਟਰਵਿਊ ਕੀਤੀ ਜਾਂਦੀ ਹੈ, ਉਹਨਾਂ 'ਚ ਹੋਰ ਕਈ ਕੁਆਲਿਟੀਜ਼ ਵੀ ਦੇਖੀਆਂ 'ਚ ਪਰਖੀਆਂ ਜਾਂਦੀਆਂ ਹਨ ਤੇ ਤਾਂ ਕਿਸੇ ਨੂੰ ਟੀਚਰ ਦੀ ਜੌਬ ਮਿਲਦੀ ਹੈ। ਪਰ ਬ੍ਰਾਹਮਣ ਨੇ ਤਾਂ ਜਨਮ ਦੇ ਆਧਾਰ ਦੇ ਉੱਤੇ ਹੀ ਆਪਣੇ ਆਪ ਨੂੰ ਉਸਤਾਦ ਘੋਸ਼ਿਤ ਕਰ ਦਿੱਤਾ, ਆਪਣੇ ਆਪ ਨੂੰ ਪਾਂਧਾ ਡਿਕਲੇਅਰ ਕਰ ਦਿੱਤਾ ਕਿ ਵੀ ਜਿਹੜਾ ਬ੍ਰਾਹਮਣ ਦੇ ਘਰ ਜੰਮਿਆ ਹੈ ਉਹਦਾ ਇਹ ਹੱਕ ਬਣਦਾ ਹੈ ਕਿ ਉਹ ਵੇਦ ਪੜ੍ਹੇਗਾ ਤੇ ਵੇਦ ਪੜ੍ਹਾਏਗਾ, ਹੋਰ ਕਿਸੇ ਨੂੰ ਇਹ ਹੱਕ ਨਹੀਂ ਹੈ। ਉਹਦੇ ਵਿੱਚ ਐਪਟੀਚਿਊਡ ਹੋਵੇ ਨਾ ਹੋਵੇ, ਉਹਦੇ ਕੋਲ ਗਿਆਨ ਹੋਵੇ ਚਾਹੇ ਨਾ ਹੋਵੇ, ਉਹ ਪਾਂਧਾ ਫਿਰ ਵੀ ਅਖਵਾਉਂਦਾ ਹੈ ਆਪਣੇ ਆਪ। ਤੇ ਜੋ ਅਸਲ ਵਿੱਚ ਪੜ੍ਹਾਉਣਾ ਚਾਹੀਦਾ ਸੀਗਾ, ਜੋ ਗਿਆਨ ਜੀਵਨ ਦੇ ਅੰਦਰ ਇਨਸਾਨੀਅਤ ਨੂੰ ਉੱਚੇ ਦਰਜੇ 'ਚ ਲਿਜਾਣ ਵਾਸਤੇ ਹਾਸਲ ਕਰਕੇ ਤੇ ਦੂਜਿਆਂ ਨਾਲ ਸ਼ੇਅਰ ਕਰਨਾ ਚਾਹੀਦਾ ਸੀਗਾ, ਉਹ ਗਿਆਨ ਵਾਲੇ ਪਾਸੇ ਤਾਂ ਉਹਨੇ ਆਪਣੀ ਜ਼ਿੰਮੇਵਾਰੀ ਕਦੀ ਸੰਭਾਲੀ ਨਹੀਂ, ਕੀਤਾ ਹੀ ਨਹੀਂ। ਤਾਂ ਇਸੇ ਲਈ ਗੁਰੂ ਸਾਹਿਬ ਨੇ ਉਹਨੂੰ ਮੂਰਖ ਦੇ ਕਹਿ ਕੇ ਸੰਬੋਧਨ ਕੀਤਾ ਹੈ। ਬੱਬੇ ਅੱਖਰ ਦਾ ਰੈਫਰੈਂਸ ਵਰਤ ਕੇ, ਜਿਵੇਂ ਪੱਟੀ ਦੇ ਵਿੱਚ ਅੱਖਰਾਂ ਦਾ ਰੈਫਰੈਂਸ ਲੈ ਕੇ ਤੇ ਉਸੇ ਦੇ ਨਾਲ ਦੀ ਮਿਲਦੀ ਜੁਲਦੀ ਆਵਾਜ਼ ਵਾਲੇ ਸ਼ਬਦ ਉਸ ਲਾਈਨ 'ਚ ਵਰਤੇ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਬੂਝੈ ਨਾਹੀ ਮੂੜੇ, ਮੂੜੇ ਮੈਨੇ ਇਹ ਮੂਰਖ, ਬੂਝੈ ਨਾਹੀ, ਤੂੰ ਇਹ ਗੱਲ ਸਮਝਦਾ ਹੀ ਨਹੀਂ ਹੈ। ਬੂਝਣਾ, ਬੂਝਣ ਦਾ ਮਤਲਬ ਹੁੰਦਾ ਕਿਸੇ ਗੱਲ ਨੂੰ ਸਮਝ ਲੈਣਾ। ਸਮਝਣਾ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਕਿਸੇ ਗੱਲ ਨੂੰ ਸਮਝ ਕੇ ਤੇ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਵੀ ਕੀਤਾ ਜਾਏ। ਮੰਨ ਲਓ ਮੈਂ ਕਾਰ ਚਲਾਉਣੀ ਸਿੱਖਣੀ ਚਾਹੁੰਦਾ ਹਾਂ ਤੇ ਮੈਂ ਕਿਸੇ ਕਾਰ ਚਲਾਉਣ ਵਾਲੇ ਇੰਸਟ੍ਰਕਟਰ ਦੇ ਕੋਲੋਂ ਟ੍ਰੇਨਿੰਗ ਵੀ ਲੈਂਦਾ ਹਾਂ ਤੇ ਜੋ ਮੈਨੂੰ ਉਹ ਗੱਲਾਂ ਸਮਝਾਉਂਦਾ ਹੈ, ਮੈਂ ਉਹਨੂੰ ਕਹਾਂ ਹਾਂ ਮੈਨੂੰ ਸਮਝ ਆ ਗਈ ਹੈ, ਮੈਂ ਸੁਣ ਲਈਆਂ ਹਾਂ, ਮੈਂ ਉਹ ਰਿਪੀਟ ਕਰਕੇ ਸੁਣਾ ਵੀ ਦਿੱਤੀਆਂ ਕਿ ਹਾਂ ਮੈਨੂੰ ਸਮਝ ਆ ਗਈ ਹੈ। ਪਰ ਜਦੋਂ ਕਰਨ ਦਾ ਵੇਲਾ ਆਇਆ ਹੈ ਤੇ ਮੈਂ ਉਹ ਵਾਲੇ ਚੀਜ਼ਾਂ ਨੂੰ ਧਿਆਨ 'ਚ ਰੱਖਾਂ ਹੀ ਨਾ, ਉਹਨਾਂ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰ ਹੀ ਨਾ ਸਕਾਂ, ਤਾਂ ਉਹ ਸਮਝੀ ਹੋਈ ਵੀ ਨਾ ਸਮਝੇ ਦੇ ਬਰਾਬਰ ਹੈ, ਬੁੱਝੀ ਹੋਈ ਚੀਜ਼ ਨਹੀਂ ਹੈ, ਉਹਨੂੰ ਉਹ ਮੇਰੀ ਬੂਝ ਦਾ ਹਿੱਸਾ ਨਹੀਂ ਬਣਿਆ। ਜ਼ਬਾਨੀ ਮੈਂ ਜ਼ਰੂਰ ਉਹਦੀਆਂ ਗੱਲਾਂ ਨੂੰ ਰੱਟਾ ਮਾਰ ਲਿਆ, ਪਰ ਮੇਰੇ ਅੰਦਰ ਉਹਨਾਂ ਦਾ ਅਸਰ ਹੋਇਆ ਨਹੀਂ, ਪ੍ਰੈਕਟੀਕਲੀ ਮੈਂ ਇੰਪਲੀਮੈਂਟ ਨਹੀਂ ਕਰ ਸਕਿਆ। ਤੋ ਇਸ ਕਰਕੇ ਗੁਰੂ ਸਾਹਿਬ ਇੱਥੇ ਹੁਣ ਕਹਿ ਰਹੇ ਹਨ ਕਿ ਪਾਂਧੇ ਨੇ ਜਿਹੜਾ ਗਿਆਨ ਧਾਰਮਿਕ ਪੁਸਤਕਾਂ ਵਿੱਚੋਂ ਪੜ੍ਹਿਆ, ਉਹਨਾਂ ਨੂੰ ਉਹਨੇ ਆਪਣੇ ਜੀਵਨ ਵਿੱਚ ਤੇ ਅਪਲਾਈ ਕੀਤਾ ਨਹੀਂ। ਉਹ ਇਸ ਕਰਕੇ ਕਹਿੰਦੇ ਹਨ ਕਿ ਬੂਝੈ ਨਾਹੀ ਮੂੜੇ, ਭਰਮ ਭੁੱਲੇ ਤੇਰਾ ਜਨਮ ਗਿਆ। ਤੇ ਤੂੰ ਸਿਰਫ ਦੁਨਿਆਵੀ ਲੇਖੇ ਜੋਖੇ ਜਿਹੜੇ ਨੇ ਉਹਨਾਂ ਵੱਲ ਹੀ ਆਪਣਾ ਧਿਆਨ ਕੇਂਦਰਿਤ ਕੀਤਾ, ਉਸ ਗਿਆਨ ਵੱਲ ਹੀ ਸਿਰਫ ਆਪਣਾ ਧਿਆਨ ਲਗਾਈ ਰੱਖਿਆ ਜਿਹਦੇ
ਨੂੰ ਜਿਹਨੂੰ ਵਰਤ ਕੇ ਤੂੰ ਆਪਣੇ ਰੋਟੀ ਪਾਣੀ ਦਾ ਜੋ ਹੈ ਇੰਤਜ਼ਾਮ ਕਰਨ ਦੇ ਕਾਬਿਲ ਹੋ ਸਕੇ ਤੇ ਜੀਵਨ ਦੇ ਅੰਦਰ ਕੋਈ ਗੁਣ ਧਾਰਨ ਕਰਨੇ, ਜੀਵਨ ਨੂੰ ਉੱਚਾ ਚੁੱਕਣਾ, ਜੀਵਨ ਦਾ ਸਟੈਂਡਰਡ ਉੱਚਾ ਚੁੱਕਣਾ। ਸਟੈਂਡਰਡ ਉੱਚਾ ਤੋਂ ਮਤਲਬ ਦੁਨਿਆਵੀ ਤੌਰ ਤੇ, ਮਾਇਆ ਦੇ ਤੌਰ ਤੇ ਨਹੀਂ, ਬਲਕਿ ਆਤਮਕ ਲੈਵਲ ਦੇ ਉੱਤੇ, ਗੁਣਾਂ ਦੇ ਆਧਾਰ ਦੇ ਉੱਤੇ। ਉਸ ਪਾਸੇ ਤੂੰ ਧਿਆਨ ਦਿੱਤਾ ਨਹੀਂ ਤੇ ਇਸੇ ਭਰਮ ਦੇ ਵਿੱਚ ਭੁੱਲਾ ਹੋਇਆ ਮਾਇਆ ਦੇ ਵਾਲੇ ਪਾਸੇ ਹੀ ਸਾਰਾ ਆਪਣਾ ਧਿਆਨ ਰੱਖ ਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਬੂਝਾ ਨਾ ਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਤੇ ਤੇਰਾ ਜਨਮ ਜਿਹੜਾ ਹੈ ਉਹ ਵਿਅਰਥ ਹੀ ਜਾ ਰਿਹਾ ਹੈ, ਕਿਉਂਕਿ ਤੇਰਾ ਸਾਰਾ ਧਿਆਨ ਜਿਹੜਾ ਹੈ ਉਹ ਸਿਰਫ ਧਨ ਕਮਾਨ ਔਰ ਮਾਇਆ ਦੇ ਪਦਾਰਥ ਇਕੱਠੇ ਕਰਨ ਵਾਲੇ ਪਾਸੇ ਹੀ ਹੈ। ਜਿਹੜੇ ਗੁਣ ਤੂੰ ਆਪਣੇ ਜੀਵਨ ਵਿੱਚ ਧਾਰਨ ਕਰਨੇ ਸੀਗੇ ਉਸ ਪਾਸੇ ਤੇ ਤੂੰ ਕੋਈ ਧਿਆਨ ਦਿੱਤਾ ਨਹੀਂ। ਬੂਝੇ ਨਾ ਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ। ਫਿਰ ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਅਨਹੋਂਦਾ ਨਾਉ ਧਰਾਇਓ ਪਾਂਧਾ। ਅਨਹੋਂਦਾ ਜੋ ਹੈ ਨਹੀਂ ਹੈ, ਐਗਜ਼ਿਸਟ ਨਹੀਂ ਕਰਦਾ, ਤੇ ਤੂੰ ਆਪਣੇ ਆਪ ਨੂੰ ਪਾਂਧਾ ਅਖਵਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹੁਣ ਗੱਲ ਗੁਰੂ ਸਾਹਿਬ ਕਿਉਂ ਕਹਿ ਰਹੇ ਹਨ? ਭਾਵੇਂ ਹੋਰ ਕੋਈ ਬ੍ਰਾਹਮਣ ਤੋਂ ਇਲਾਵਾ ਕਿਸੇ ਹੋਰ ਨੂੰ ਤਾਂ ਉਦੋਂ ਅਲਾਉ ਨਹੀਂ ਸੀਗਾ ਆਪਣੇ ਆਪ ਨੂੰ ਪਾਂਧਾ ਅਖਵਾਉਣਾ ਜਾਂ ਪਾਂਧੇ ਦਾ ਕੰਮ ਕਰਨਾ, ਪਰ ਗੁਰੂ ਸਾਹਿਬ ਦੀ ਨਜ਼ਰਾਂ ਦੇ ਅੰਦਰ ਅਸਲ ਕੈਪੇਬਿਲਿਟੀ ਉਹ ਪਾਂਧੇ ਦੀ ਹੈ ਜਿਹੜਾ ਜੀਵਨ ਦਾ ਗਿਆਨ ਕਿਸੇ ਨੂੰ ਸਿਖਾ ਸਕੇ, ਜੀਵਨ ਦੀ ਤਰੱਕੀ ਦਾ ਰਾਹ ਦਿਖਾ ਸਕੇ। ਤੇ ਜਿਹੜਾ ਸਿਰਫ ਮਾਇਆ ਦੀ ਗੱਲਾਂ ਹੀ ਸਿਖਾਏ ਉਹ ਗੁਰੂ ਸਾਹਿਬ ਦੀ ਨਜ਼ਰਾਂ ਦੇ ਵਿੱਚ ਪਾਂਧਾ ਕਹਾਉਣ ਦੇ ਲਾਇਕ ਨਹੀਂ ਹੈ। तो गुरु साहब कहते हैं कि तेरे विच जो सच्चा पांधा सही किस्म का जो पांधा है ਉਹਦੇ गुण है नहीं ने। अनहोंदा तेरे अंदर वो अनहोंद है उन्होंने गुणों की, पर फिर भी तू नौ धरायो पांधा, अपने आप ਨੂੰ ਤੂੰ ਪਾਂਧਾ ਖਵਾਉਂਦਾ ਹੈ, ਉਸਤਾਦ ਖਵਾਉਂਦਾ ਹੈ ਤੇ ਨਿਰਾ ਖਵਾਉਂਦਾ ਹੀ ਨਹੀਂ ਹੈ, ਤੂੰ ਇਹ ਆਪਣੇ ਉੱਤੇ ਜ਼ਿੰਮੇਵਾਰੀ ਵੀ ਲੈ ਲਈ ਹੈ ਕਿ ਫਿਰ ਤੂੰ ਦੂਜਿਆਂ ਨੂੰ ਵੀ ਇਹ ਸਿੱਖਿਆ ਦੇਣੀ ਹੈ। ਅਨਹੋਂਦਾ ਨੌ ਧਰਾਇਓ ਪਾਂਧਾ, ਅਵਰਾਂ ਕਾ ਭਾਰ ਤੁਧ ਲੈ। ਅਵਰਾਂ ਮੈਨੇ ਦੂਜਿਆਂ ਦਾ ਭਾਰ, ਦੂਜਿਆਂ ਦੀ ਜ਼ਿੰਮੇਵਾਰੀ ਵੀ ਤੂੰ ਲੈ ਲਈ ਹੈ ਕਿ ਹੁਣ ਮੈਂ ਦੂਜਿਆਂ ਨੂੰ ਵੀ ਗਿਆਨ ਮੈਂ ਹੀ ਪੜਾਵਾਂਗਾ, ਕੋਈ ਹੋਰ ਕਿਸੇ ਨੂੰ ਅਲਾਉਡ ਨਹੀਂ ਹੈ ਕਿਸੇ ਨੂੰ ਕੋਈ ਗਿਆਨ ਦੇ ਸਕੇ। ਉਹ ਇਹ ਉਸ ਵਕਤ ਦੇ ਜੋ ਸਮਾਜ ਦੀ ਜੋ ਅਵਸਥਾ ਸੀ ਉਹਦੇ ਕੰਟੈਕਸਟ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਤੇਰੇ ਅੰਦਰ ਉਹ ਸੋਝੀ ਨਹੀਂ ਹੈ ਜਿਸ ਦੇ ਰਾਹੀਂ ਤੂੰ ਆਪਣਾ ਜਨਮ ਸਫਲ ਕਰ ਸਕੇ ਤੇ ਉੱਤੋਂ ਤੂੰ ਦੂਜਿਆਂ ਨੂੰ ਵੀ ਸਿੱਖਿਆ ਦੇਣ ਦਾ ਅਧਿਕਾਰ ਆਪਣੇ ਕੋਲ ਰੱਖ ਕੇ ਆਪਣੇ ਆਪ ਨੂੰ ਉਸਤਾਦ ਅਖਵਾ ਰਿਹਾ ਹੈ ਤੇ ਦੂਜਿਆਂ ਦਾ ਵੀ ਕੋਈ ਤੂੰ ਭਲਾ नहीं कर सकता। अनहोंदा नाउ धरायो पांधा, अवरा का भार तुध लिया। जिम्मेवारी तू अपने सिर ले ली है, हालांकि तेरे अंदर अपने अंदर ये समर्था, ये गुण, ये क्वालिटी तेरे अंदर मौजूद नहीं है। तो अगली पौड़ी गुरु साहब फरमाते हैं कि जज्जै जोत हिर लई तेरी मूड़े, अंत गया पछतावेगा। एक शब्द तू चीने नाही, फिर जूनी आवेगा। इस पौड़ी में जज्जे अखर का इस्तेमाल करते हैं। जोत हिरलई तेरी मूड़े, जोत तो भाव है वो उच्चा आत्मक ज्ञान। जोत लफ्ज का जो अखरी अर्थ है वो है चानन। तो चानन लफ्ज जिहड़ा है वो आम तौर पर ज्ञान के चानन वास्ते भी वरत्या जाता है। तो गुरबाणी अंदर जिस जोत की गल है वो है आत्मक ज्ञान की गल, जो वो ज्ञान जो जीव नू परमात्मा दे नाल प्यार का संबंध, नेड़ता का रिश्ता जोड़न दे विच सहाई होवे। हिर लई तेरी, हिर का अर्थ हुंदा है खो लई, तेरे पासों गवाच गई। जज्जै जोत हिर लई तेरी मूड़े, अंत गया पछतावेगा। पिछे जो रेफरेंस दिता सीगा पिछली पौड़ी के अंदर कि तू सारा लेखा वो पढ़िया है जिहड़ा सिर्फ तेरा ध्यान माया उमान जीवन निर्वाह करने वाले पासे ही है ते जीवन दे विच आत्मक गुण हासिल करने वाला ज्ञान तो तू अपने धारण भी नहीं किया ते ना ही इंप्लीमेंट किया अपने जीवन के अंदर। दूजिਆਂ ਨੂੰ सिखाना तो चलो दूर की गल रही। तो इस करके उस दुनियावी ज्ञान ने जिहड़ा निरोल मायक पदार्थां दे
वाले पासे ही तेरा सारा ध्यान लगाई रखता है। उसने तेरे अंदरों जो असल आत्मक ज्ञान है, जो चानन है, वो तेरे पासों खो लिया है। उस मायक पकड़ ने, माया दे ज्ञान ने दी जड़ी खिच है, उसने जोत हिर लई तेरी। तेरे अंदरों वो जो आत्मक ज्ञान का चानन सीगा, वो तेरे अंदरों खो लिया। जो उच्ची मत तेनों मिलनी चाहिए सीगी, वो तेरे अंदरों गवाच गई। ते हे मूर्ख, अंत गया पछतावेगा। ते उस आत्मक ज्ञान की अनहोंद दे अंदर तेरा जीवन सारा व्यर्थ जा रहा है। ਤੇ ਜਦੋਂ ਅੰਤ ਤੇਰਾ ਸਮਾਂ ਆ ਗਿਆ ਤੇ ਫਿਰ ਤੂੰ ਅੱਗੇ ਜਦੋਂ ਤੇਰਾ ਲੇਖਾ ਹੋਏਗਾ ਕਿ ਤੂੰ ਆਪਣਾ ਜੀਵਨ ਕਿਸ ਅਰਥ ਲਗਾਇਆ, ਕੀ ਹਾਸਲ ਕੀਤਾ ਜੀਵਨ ਦੇ ਵਿੱਚ, ਤੇ ਫਿਰ ਤੇਰੇ ਪੱਲੇ ਪਛਤਾਵੇ ਤੋਂ ਸਿਵਾ ਹੋਰ ਕੁਝ ਨਹੀਂ ਪਵੇਗਾ। ਅੰਤ ਗਿਆ ਪਛਤਾਵੇਗਾ, ਫਿਰ ਤੈਨੂੰ ਅਫਸੋਸ ਹੋਏਗਾ ਕਿ ਮੈਂ ਤਾਂ ਆਪਣਾ ਜੀਵਨ ਆਤਮਕ ਗੁਣਾਂ ਨੂੰ ਹਾਸਲ ਕਰਨ, ਆਤਮਕ ਗਿਆਨ ਹਾਸਲ ਕਰਨ ਵਾਲੇ ਪਾਸੇ ਵੀ ਲਗਾ ਸਕਦਾ ਸੀ। ਮੇਰੇ ਕੋਲ ਸਮਾਂ ਸੀ, ਸਮਰੱਥਾ ਸੀ, ਤੇ ਮੈਂ ਉਹ ਗਿਆਨ ਹਾਸਲ ਕਰ ਸਕਦਾ ਸੀ। ਪਰ ਮੈਂ ਸਾਰਾ ਧਿਆਨ ਤਾਂ ਆਪਣਾ ਸਿਰਫ ਮਾਇਆ ਕਮਾਉਣ ਵਾਲੇ ਪਾਸੇ ਹੀ ਲਗਾਈ ਰੱਖਿਆ। ਤੇ ਫਿਰ ਤੈਨੂੰ ਪਛਤਾਵਾ ਹੋਏਗਾ ਕਿ ਵੀ ਇਹ ਤਾਂ ਜਿਹੜਾ ਮੇਰੀ ਜ਼ਿੰਮੇਵਾਰੀ ਸੀ, ਉਹ ਮੈਂ ਪੂਰੀ ਨਹੀਂ ਕਰ ਸਕਿਆ, ਤੇ ਹੁਣ ਜੋ ਮੈਨੂੰ ਸਜ਼ਾ ਮਿਲੇਗੀ ਉਹਦਾ ਫਿਰ ਉਹਨੂੰ ਪਛਤਾਵਾ ਵੀ ਹੁੰਦਾ ਹੈ। ਉਹ ਇਸ ਪੰਕਤੀ 'ਚ ਗੁਰੂ ਸਾਹਿਬ ਇਹੀ ਚੇਤਾਵਨੀ ਦੇ ਰਹੇ ਹਨ ਕਿ ਇਸ ਮਾਇਆ ਵਾਲੇ ਪਾਸੇ ਦੇ ਗਿਆਨ ਨੇ ਤੇਰੇ ਅੰਦਰੋਂ ਆਤਮਕ ਗਿਆਨ ਦਾ ਚਾਨਣ ਖੋਹ ਲਿਆ ਹੈ, ਤੇ ਅੰਤ ਤੈਨੂੰ ਇਸ ਕਰਕੇ ਪਛਤਾਵਾ ਹੀ ਕਰਨਾ ਪਏਗਾ। ਔਰ ਉਸੇ ਗੱਲ ਨੂੰ ਅਗਲੀ ਪੰਕਤੀ 'ਚ ਹੋਰ ਖੋਲ ਕੇ ਸਮਝਾਉਂਦੇ ਹਨ ਕਿ ਏਕ ਸ਼ਬਦ ਤੂੰ ਚੀਨੈ ਨਾਹੀ। ਚੀਨੈ ਦਾ ਅਰਥ ਹੁੰਦਾ ਹੈ ਪਛਾਨਣਾ, ਕਿਸੇ ਚੀਜ਼ ਦੀ ਪਛਾਣ ਕਰ ਲੈਣੀ, ਐਕਨੋਲੇਜ ਕਰ ਲੈਣਾ, ਸਮਝ ਕਰ ਲੈਣਾ ਵੀ ਹਾਂ ਇਹ ਇਹੀ ਕੰਮ ਹੈ ਮੇਰੇ ਕਰਨ ਵਾਲਾ। ਕਿਸੇ ਕਿਸੇ ਗੱਲ ਦੀ ਸਮਝ ਪੈ ਜਾਣੀ, ਉਹਦੀ ਪਛਾਣ ਹੋ ਜਾਣੀ। ਏਕ ਸ਼ਬਦ ਤੂੰ ਚੀਨੈ ਨਾਹੀ। ਏਕ ਸ਼ਬਦ ਤੋਂ ਭਾਵ ਹੈ ਇੱਕ ਪਰਮਾਤਮਾ ਦੀ ਸਿਫਤ ਸਲਾਹ, ਜੋ ਪਰਮਾਤਮਾ ਦੇ ਗੁਣ ਹੈ। ਪਰਮਾਤਮਾ ਦੇ ਗੁਣ ਧਾਰਨ ਕਰਨ ਦਾ ਜੋ ਗੁਰਬਾਣੀ ਵਿੱਚ ਤਰੀਕਾ ਸਮਝਾਇਆ ਗਿਆ ਹੈ, ਉਹ ਇਹੀ ਹੈ ਕਿ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾਉਣਾ, ਉਹਦੀ ਸਿਫਤ ਸਲਾਹ ਕਰਨੀ, ਉਹਦੀ ਵਡਿਆਈਆਂ ਕਹਿਣੀਆਂ, ਉਹਦੇ ਗੁਣਾਂ ਦਾ ਗਾਇਨ ਕਰਨਾ, ਇਹਨਾਂ ਦੇ ਨਾਲ ਸੁਰਤ ਜੋੜ ਕੇ ਕਿ ਤੇਰੇ ਅੰਦਰ ਵੀ ਉਹ ਗੁਣ ਜਿਹੜੇ ਹਨ ਉਹ ਟਿਕ ਜਾਣਗੇ। तो एक शब्द तो भाव है उस एक परमात्मा की सिफत सलाह, ਉਹਦੀ ਵਡਿਆਈਆਂ, ਉਹਦੇ ਗੁਣ। एक शब्द तू चीने ना ही फिर जूनी आवेगा। ਉਹ ਜੋ ਮਨੁੱਖਾ ਜਨਮ ਦੇ ਅੰਦਰ ਤੂੰ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝ ਪਾਣੀ ਸੀ, ਉਹਦੀ ਸਿਫਤ ਸਲਾਹ ਕਰਕੇ ਉਹਦਾ ਗੁਣਾਂ ਦੇ ਨਾਲ ਆਪਣਾ ਧਿਆਨ ਜੋੜਨਾ ਸੀ, ਉਹ ਤੂੰ ਕੰਮ ਤਾਂ ਕੀਤਾ ਨਹੀਂ, ਉਹ ਤੈਨੂੰ ਪਛਾਣ ਨਹੀਂ ਹੋਈ, ਤੈਨੂੰ ਸਮਝ ਆਈ ਨਹੀਂ, ਤੇ ਜੀਵਨ ਤੇਰਾ ਸਾਰਾ ਵਿਅਰਥ ਨਿਕਲ ਗਿਆ। ਤੇ ਹੁਣ ਅੰਤ ਵੇਲੇ ਤੈਨੂੰ ਜੋ ਪਛਤਾਵਾ ਹੈ ਉਹ ਇਸ ਕਰਕੇ ਹੀ ਹੈ ਕਿ ਹੁਣ ਤੂੰ ਜੋ ਤੈਨੂੰ ਇਸ ਕੀਤੇ ਹੋਏ ਗਲਤ ਕੰਮ ਦਾ ਜੋ ਰਿਜ਼ਲਟ ਭੁਗਤਣਾ ਪਏਗਾ ਕਿ ਫਿਰ ਜੂਨੀ ਆਵੇਗਾ, ਮੁੜ ਕੇ ਤੈਨੂੰ ਫਿਰ ਹੁਣ ਜਨਮਾਂ ਦੇ ਵਿੱਚ ਭਟਕਣਾ ਪਵੇਗਾ। ਇਹ ਤਕਰੀਬਨ ਉਹੀ ਅਵਸਥਾ ਹੈ ਜਿਵੇਂ ਕੋਈ ਵਿਦਿਆਰਥੀ ਸਕੂਲ ਵਿੱਚ ਦਾਖਲਾ ਲਵੇ, ਜੋ ਉਸਤਾਦ ਪੜ੍ਹਾਵੇ ਉਸ ਪੜ੍ਹਾਈ ਵੱਲ ਧਿਆਨ ਨਾ ਦੇਵੇ, ਉਹਦੇ ਜੋ ਹੋਮਵਰਕ ਦਿੱਤਾ ਜਾਵੇ ਉਹ ਹੋਮਵਰਕ ਨਾ ਕਰੇ, ਜੋ ਲੈਸਨ ਯਾਦ ਕਰਨਾ ਹੈ ਉਹ ਲੈਸਨ ਯਾਦ ਨਾ ਕਰੇ, ਸਮਝੇ ਨਾ, ਤਾਂ ਸਾਲਾਨਾ ਫਿਰ ਜਦੋਂ ਪੇਪਰ ਹੋਏਗਾ ਉਹਦੇ ਵਿੱਚ ਉਹਦਾ ਰਿਜ਼ਲਟ ਆਏਗਾ ਫੇਲ, ਤੇ ਫਿਰ ਉਹਨੂੰ ਮੁੜ ਕੇ ਉਸੇ ਕਲਾਸ ਵਿੱਚ ਦੁਬਾਰਾ ਤੋਂ ਫਿਰ ਪਿੱਛੇ ਹੀ ਰੋਕ ਲਿਆ ਜਾਏਗਾ। ਤਾਂ ਇਹ ਮਨੁੱਖਾ ਜੂਨੀ ਦੇ ਵਿੱਚ ਇਹੀ ਇਮਤਿਹਾਨ ਹੈ ਕਿ ਜੇ ਅੰਤ ਸਮੇਂ ਤੱਕਨ ਸਾਰੀ ਜ਼ਿੰਦਗੀ ਦੇ ਵਿੱਚ ਇਨਸਾਨ ਨੇ एक शब्द तू चीने नाही वाली गल ही रखी उस परमात्मा की सिफत सलाह के नाल सांझ नहीं पाई, तो एंड रिजल्ट फेलियर ही होएगा, ते मुड़ के फिर दुनिया दे विच भटकना पवेगा। अगली पौड़ी जो नंबर 5 है उस विच गुरु साहब फरमाते हैं कि तुद सिर लिखिया सो पढ़ पंडित, अवरा नो ना सिखाल बिखिया, पहला फाहा पाया पांदे, पिछों दे गल चाटड़िया। ਤੇ ਹੁਣ ਪੰਡਿਤ ਨੂੰ ਸੰਬੋਧਨ ਕਰੇ, ਪੰਡਿਤ ਸੋ ਪੜ ਪੰਡਿਤ, ਇਹ ਪੰਡਿਤ ਨੂੰ ਸੰਬੋਧਨ ਹੈ, हे ਪੰਡਿਤ, ਇਹ
ਮਾਇਆ ਦਾ ਜੋ ਲੇਖਾ ਤੂੰ ਪੜ੍ਹਦਾ ਹੈ, ਤੂੰ ਉਹੀ ਲੇਖ ਜਿਹੜਾ ਹੈ ਦੂਜਿਆਂ ਨੂੰ ਵੀ ਸਿਖਾ ਦਿੰਦਾ ਹੈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਤੂੰ ਆਪਣੇ ਸਿਰ ਦੇ ਉੱਤੇ ਤੇ ਜੋ ਮਾਇਆ ਦਾ ਲੇਖਾ ਲਿਖ ਲਿਆ ਹੈ, ਉਹ ਦੂਜਿਆਂ ਨੂੰ ਨਾ ਸਿਖਾ, ਕਿਉਂਕਿ ਇਹ ਇੱਕ ਐਸਾ ਲੇਖਾ ਹੈ ਜੋ ਕੇਵਲ ਤੇ ਕੇਵਲ ਮਾਇਆ ਦੇ ਨਾਲ ਹੀ ਜੋੜਦਾ ਹੈ। ਜੋ ਜੀਵਨ ਦਾ ਮਨੋਰਥ ਹੈ ਉਹ ਉਸ ਪਾਸੇ ਵੱਲ ਇਨਸਾਨ ਦੀ ਤਰੱਕੀ, ਇਨਸਾਨ ਦੀ ਪ੍ਰੋਗਰੈਸ ਨਹੀਂ ਕਰਨ ਦਿੰਦਾ। ਤੁਧ ਸਿਰ ਲਿਖਿਆ ਸੋ ਪੜ ਪੰਡਿਤ। ਤੇਰੇ ਆਪਣੇ ਮੱਥੇ ਦੇ ਉੱਤੇ ਜੋ ਮਾਇਆ ਵਾਲਾ ਲੇਖ ਲਿਖਿਆ ਹੋਇਆ ਹੈ, ਉਹ ਸਗੋਂ ਉਸ ਲੇਖ ਦੀ ਪਛਾਣ ਕਰਕੇ ਤੇ ਸਮਝ ਕੇ ਕਿ ਭਈ ਮੇਰੇ ਕੰਮ ਤਾਂ ਇਹ ਆਇਆ ਨਹੀਂ, ਤੇ ਕਮ ਸੇ ਕਮ ਆਪਣੇ ਜਿਹੜੇ ਤੇਰੇ ਸਟੂਡੈਂਟਸ ਨੇ, ਜਿਹੜੇ ਚਾਟੜੇ ਨੇ, ਉਹਨਾਂ ਨੂੰ ਤਾਂ ਇਸ ਗਲਤ ਰਾਹ ਤੇ ਨਾ ਤੋਰ, ਅਵਰਾਂ ਨੂੰ ਨਾ ਸਿਖਾਲ ਵਿਖਿਆ। ਜਿਹੜੇ ਦੂਜੇ ਤੇਰੇ ਕੋਲੋਂ ਪੜਨ ਵਾਲੇ ਨੇ, ਉਹਨਾਂ ਨੂੰ ਤਾਂ ਇਹ ਗਲਤ ਪਾਸੇ ਤੂੰ ਨਾ ਪਾ। ਇਹ ਵਿਖਿਆ ਦਾ ਜੋ ਆਖਰੀ ਅਰਥ ਹੁੰਦਾ ਹੈ ਜ਼ਹਿਰ। ਤੇ ਮਾਇਆ ਜਿਹੜੀ ਹੈ ਉਹ ਐਸੀ ਜ਼ਹਿਰੀਲੀ ਹੈ ਜਿਹੜੀ ਆਤਮਕ ਮੌਤ ਦਾ ਕਾਰਨ ਬਣਦੀ ਹੈ। ਇਸ ਕਰਕੇ ਮਾਇਆ ਨੂੰ ਵੀ ਵਿਖਿਆ ਕਹਿ ਕੇ ਜੋ ਹੈ ਉਹਦਾ ਮਾਇਆ ਦੇ ਵਾਸਤੇ ਵੀ ਵਿਖਿਆ ਦਾ ਜੋ ਨਾਉਨ ਵਰਤਿਆ ਗਿਆ ਹੈ। ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਪੰਡਿਤ ਤੂੰ ਦੂਜਿਆਂ ਨੂੰ, ਆਪਣੇ ਜਿਹੜੇ ਪੜਨ ਵਾਲੇ ਚਾਟੜੇ ਹਨ, ਉਹਨਾਂ ਨੂੰ ਤੇ ਘੱਟੋ ਘੱਟ ਇਹ ਮਾਇਆ ਵਾਲੀ ਜਿਹੜੀ ਸਿੱਖਿਆ ਹੈ ਉਹ ਨਾ ਸਿਖਾ। ਪਹਿਲਾਂ ਫਾਹਾ ਪਾਇਆ ਪਾਂਦੇ। ਤੇ ਮਾਇਆ ਦਾ ਨਿਰਾ ਲੇਖਾ ਜਿਹੜਾ ਹੈ, ਉਹ ਵਾਲੀ ਫਾਹੀ ਮਾਇਆ ਦੀ ਜਿਹੜੀ ਹੈ ਉਹ ਪਾਂਦੇ ਨੇ ਆਪਣੇ ਗਲੇ ਪਾਈ ਹੋਈ ਹੈ। ਤੇ ਮੁੜ ਕੇ ਫਿਰ ਉਹ ਪਿੱਛੋਂ ਦੇ ਗੱਲ ਚਾਟੜਿਆਂ ਤੇ ਪਿੱਛੋਂ ਫਿਰ ਇਹੀ ਫਾਈ ਚਾਟੜਿਆਂ ਦੇ ਗਲੇ 'ਚ ਪਾ ਦਿੰਦਾ ਹੈ। ਭਾਵ ਜਿਹੜਾ ਮਾਇਆ ਵਾਲਾ ਗਿਆਨ ਪੰਡਤ ਨੇ ਆਪ ਸਾਰੀ ਜ਼ਿੰਦਗੀ ਪੜ੍ਹਿਆ ਹੈ ਤੇ ਅਪਲਾਈ ਕੀਤਾ ਹੈ ਆਪਣੀ ਜ਼ਿੰਦਗੀ ਦੇ ਅੰਦਰ, ਸਿਰਫ ਮਾਇਆ ਕਮਾਉਣ ਦੀ ਖਾਤਰ, ਉਹੀ ਸਿੱਖਿਆ ਉਹ ਚਾਟੜਿਆਂ ਨੂੰ ਵੀ ਦਿੰਦਾ ਹੈ। ਉਹਨਾਂ ਨੂੰ ਵੀ ਉਸ ਮਾਇਆ ਦੇ ਚੱਕਰਾਂ 'ਚ ਫਸਾ ਦਿੰਦਾ ਹੈ ਤੇ ਉਹਨਾਂ ਨੂੰ ਵੀ ਕੁਰਾਹੇ ਪਾ ਦਿੰਦਾ ਹੈ। ਉਹ ਇਹ ਇੱਕ ਜ਼ਿੰਮੇਵਾਰੀ ਆ ਜਾਂਦੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਦੂਸਰਿਆਂ ਨੂੰ ਸਿੱਖਿਆ ਦੇਣ ਦੇ ਤੇ ਅਵਸਥਾ ਦੇ ਵਿੱਚ ਹੁੰਦੇ ਹਨ, ਜਿਹੜੇ ਉਸ ਪੋਜੀਸ਼ਨ ਵਿੱਚ ਹੁੰਦੇ ਹਨ ਕਿ ਜਿਸ ਕਿਸਮ ਦਾ ਗਿਆਨ ਉਹ ਆਪਣੇ ਸਟੂਡੈਂਟਸ ਨੂੰ ਦੇ ਰਹੇ ਹਨ, ਆਪਣੇ ਪੜ੍ਹਨ ਵਾਲਿਆਂ ਨੂੰ ਦੇ ਰਹੇ ਹਨ, ਉਹ ਗਿਆਨ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕਿਸ ਕੰਮ ਆਏਗਾ, ਉਹਨਾਂ ਨੂੰ ਕਿਸ ਕਾਬਲ ਬਣਾਏਗਾ। ਐਜੂਕੇਸ਼ਨਲ ਸਿਸਟਮ ਦੇ ਅੰਦਰ ਵੀ ਇਹ ਗੱਲ ਉਸਤਾਦਾਂ ਨੂੰ ਸੋਚ ਸਮਝ ਕੇ ਵਿਚਾਰਨੀ ਚਾਹੀਦੀ ਹੈ। ਬਹੁਤਾਤ ਦੇ ਅੰਦਰ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਸਿਰਫ ਇੱਕ ਬਿਜ਼ਨਸ ओरिएंटेड ਹੀ ਹੈ ਕਿ ਭਈ ਜਾਂ ਨੌਕਰੀ ਜਾਂ ਵਪਾਰ ਜਾਂ ਕੋਈ ਐਸਾ ਕੰਮਕਾਰ ਕਰਨ ਦੀ ਕੈਪੇਬਿਲਿਟੀ ਜੋ ਹੈ ਸਟੂਡੈਂਟਸ ਨੂੰ ਟ੍ਰਾਂਸਫਰ ਹੋ ਜਾਵੇ ਜਿਹਦੇ ਨਾਲ ਉਹ ਪੈਸੇ ਕਮਾਉਣ ਜੋਗੇ ਹੋ ਜਾਣ, ਕਿ ਉਹ ਸਮਾਜ ਦੇ ਵਾਸਤੇ ਕੋਈ ਭਲਾਈ ਦਾ ਕੰਮ ਕਰਨ, ਆਪਣੇ ਸੁਰਤ ਨੂੰ ਉੱਚਾ ਚੁੱਕਣ, ਆਪਣੇ ਅੰਦਰ ਮਨੁੱਖਤਾ ਵਾਲੇ ਗੁਣ ਪੈਦਾ ਕਰਨ, ਸਰਬੱਤ ਦੇ ਭਲੇ ਦੀ ਕੋਈ ਗੱਲ ਸਮਝਣ ਤੇ ਉਹਨੂੰ ਜੀਵਨ ਵਿੱਚ ਅਪਲਾਈ ਕਰਨ। ਐਸਾ ਗਿਆਨ ਜਿਹੜਾ ਹੈ ਉਹ ਸਾਡੇ ਐਜੂਕੇਸ਼ਨਲ ਸਿਸਟਮ ਵਿੱਚੋਂ ਬਿਲਕੁਲ ਹੀ ਮਾਈਨਸ ਹੈ। ਜਿਹੜੇ ਸਾਡੇ ਸੋ ਕਾਲਡ ਜਿਹੜੇ ਧਾਰਮਿਕ ਸੰਸਥਾਵਾਂ ਦੇ ਵੀ ਸਕੂਲ ਹਨ, ਉਹਨਾਂ ਦੇ ਵਿੱਚ ਵੀ ਜੋ ਸਿਰਫ ਲੇਖਾ ਖਾਨਾ ਪੂਰਤੀ ਵਾਸਤੇ ਜੋ ਡਿਵਿਨਿਟੀ ਪੜ੍ਹਾਈ ਜਾਂਦੀ ਹੈ, ਉਹ ਡਿਵਿਨਿਟੀ ਵੀ ਸਟੂਡੈਂਟਸ ਦੇ ਜੀਵਨ ਦੇ ਅੰਦਰ ਕੋਈ ਪੋਜ਼ਿਟਿਵ ਤਬਦੀਲੀ ਨਹੀਂ ਲਿਆਉਂਦੀ। ਉਹ ਸਿਰਫ ਡੰਗ ਟਪਾਉਣ ਵਾਸਤੇ ਇੱਕ ਜ਼ੀਰੋ ਪੀਰੀਅਡ ਜਿਹੜਾ ਹੈ ਉਹਨਾਂ ਦਾ ਲਗਾ ਦਿੱਤਾ ਜਾਂਦਾ ਹੈ, ਰੱਟਾ ਮਰਵਾ ਕੇ ਉਹਨਾਂ ਨੂੰ ਸਿਰਫ ਇਮਤਿਹਾਨ ਚੋਂ ਪਾਸ ਕਰਨ ਦੇ ਯੋਗ ਜਿਹੜਾ ਹੈ ਉਹਨਾਂ ਕੋਲੋਂ ਕੰਮ ਕਰਵਾ ਲਿਆ ਜਾਂਦਾ ਹੈ। ਔਰ ਇਸੇ ਕਰਕੇ ਹੀ ਜੋ ਸਾਡੀ ਸਿੱਖ ਸੰਸਥਾਵਾਂ ਦੇ ਵੀ ਜਿਹੜੇ ਸਕੂਲ ਨੇ, ਉਹਨਾਂ ਦੇ ਅੰਦਰੋਂ ਜਿਹੜੇ ਸਟੂਡੈਂਟਸ ਨਿਕਲੇ ਹਨ, ਉਹਨਾਂ ਦੇ ਵਿੱਚੋਂ ਕੋਈ ਸਾਡੇ ਸਾਹਮਣੇ ਕੋਈ ਉਂਗਲਾਂ ਤੇ ਗਿਣਨ ਜੋਗੇ ਵੀ ਸ਼ਾਇਦ ਐਸੇ ਹੋਣਗੇ ਜਿਨ੍ਹਾਂ ਨੇ ਵਾਕਈ ਹੀ ਕੋਈ ਸਮਾਜ ਦੇ ਵਾਸਤੇ ਕੋਈ ਚੰਗਾ, ਕੋਈ ਭਲਾਈ ਦਾ ਕੰਮ ਕੀਤਾ ਹੋਏਗਾ। ਜੋ ਸਿਸਟਮ ਐਜੂਕੇਸ਼ਨਲ ਸਿਸਟਮ ਉੱਥੇ ਅਪਲਾਈ ਇੰਪਲੀਮੈਂਟ ਹੋ ਰਿਹਾ ਹੈ, ਉਹਦੇ ਵਿੱਚੋਂ ਤਾਂ ਇਹ ਰਿਜ਼ਲਟ ਨਿਕਲਣੇ ਦੀ ਉਮੀਦ ਕੀਤੀ ਨਹੀਂ ਜਾ ਸਕਦੀ। ਉਹ ਇੱਥੇ ਸਿਰਫ ਨਿਰੇ ਗੱਲ ਪੰਡਿਤ ਨੂੰ ਹੀ ਨਹੀਂ ਉਪਦੇਸ਼ ਹੈ, ਇਹ ਸਾਰੇ ਉਹਨਾਂ ਪੜ੍ਹਾਉਣ ਵਾਲੇ ਉਸਤਾਦਾਂ ਨੂੰ ਉਪਦੇਸ਼ ਹੈ ਕਿ ਚਲੋ ਤੁਹਾਡਾ ਸਮਾਂ ਤਾਂ ਜਿਹੜਾ ਜਿਵੇਂ ਬੀਤ ਗਿਆ, ਜੋ ਤੁਹਾਨੂੰ ਗਿਆਨ ਮਿਲਿਆ, ਅਜੇ ਵੀ ਸਮਾਂ ਹੈ ਕਿ ਤੁਸੀਂ ਉਸ
ਗਿਆਨ ਦੀ ਸਿਰਫ ਨਿਰੋਲ ਮਾਇਆ ਕਮਾਉਣ ਵਾਲੇ ਪਾਸੇ ਦਾ ਜੋ ਫੋਕਸ ਹੈ, ਉਸ ਦਾ ਜੋ ਯੂਜ਼ਲੈਸਨੈਸ ਹੈ, ਜੋ ਜੋ ਉਹਦੇ ਵਿਅਰਥ ਹੈ, ਉਹ ਉਸ ਨੂੰ ਪਛਾਣ ਕੇ ਘੱਟੋ ਘੱਟ ਜਿਨ੍ਹਾਂ ਨੂੰ ਤੁਸੀਂ ਪੜ੍ਹਾ ਰਹੇ ਹੋ, ਉਹਨਾਂ ਨੂੰ ਤਾਂ ਇਹ ਮਾਇਆ ਵਾਲੇ ਪਾਸੇ ਦੀ ਸਿੱਖਿਆ ਦੇ ਉੱਤੇ ਜ਼ੋਰ ਨਾ ਦਿਓ, ਬਲਕਿ ਜੀਵਨ ਦੀ ਤਰੱਕੀ ਵਾਸਤੇ, ਆਤਮਿਕ ਜੀਵਨ ਦੀ ਉਚਤਾਈ ਵਾਸਤੇ ਉਹ ਗੁਣ ਆਪਣੇ ਵਿਦਿਆਰਥੀਆਂ ਦੇ ਅੰਦਰ ਭਰੋ, ਜਿਹੜੇ ਉਹਨਾਂ ਨੂੰ ਚੰਗੇ ਇਨਸਾਨ ਬਣਾ ਸਕਣ। ਨਹੀਂ ਤਾਂ ਜਿਹੜਾ ਫਾਇਆ ਤੁਹਾਡੇ ਗਲੇ 'ਚ ਪਾਇਆ ਹੋਇਆ ਹੈ, ਉਹੀ ਤੁਹਾਡੇ ਚਾਟੜਿਆਂ, ਤੁਹਾਡੇ ਸਟੂਡੈਂਟਸ ਦੇ ਗਲੇ ਵਿੱਚ ਵੀ ਪੈ ਜਾਏਗਾ। ਉਹ ਵੀ ਨਿਰੋਲ ਮਾਇਆ ਦੇ ਹੀ ਮੁਰੀਦ ਬਣ ਕੇ ਤੇ ਸਕੂਲ ਤੋਂ ਬਾਹਰ, ਕਾਲਜ ਤੋਂ ਬਾਹਰ ਨਿਕਲਣਗੇ। ਅਗਲਾ ਜੋ ਹੈ ਇਸ ਤੋਂ ਬਾਅਦ ਛੇਵੀਂ ਪੌੜੀ ਜੋ ਹੈ, ਸੱਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਾਨ ਖਾਧੈ ਤੇਰਾ ਜਨਮ ਗਿਆ। ਹੁਣ ਉਸਤਾਦਾਂ ਦੀ, ਪਾਂਧਿਆਂ ਦੀ ਜੋ ਅਸਲ ਜੀਵਨ ਦੀ ਜੋ ਹਾਲਾਤ ਹੁੰਦੇ ਹਨ, ਉਹਦੇ ਉੱਪਰ ਇਹ ਕਮੈਂਟਰੀ ਹੈ। ਕਿਉਂਕਿ ਪੰਡਤਾਂ ਦਾ ਕੰਮ ਕੀ ਹੁੰਦਾ ਸੀਗਾ, ਉਹਨਾਂ ਨੇ 6 ਕਰਮ ਆਪਣੇ ਵਾਸਤੇ ਨਿਯਤ ਕੀਤੇ ਹੋਏ ਸਨ। ਵੇਦ ਪੜ੍ਹਨੇ, ਵੇਦ ਪੜ੍ਹਾਣੇ, ਯੱਗ ਕਰਨੇ, ਯੱਗ ਕਰਵਾਣੇ, ਦਾਨ ਦੇਣਾ ਤੇ ਦਾਨ ਲੈਣਾ। ਇਹਦੇ ਵਿੱਚੋਂ ਵੀ ਸਾਰੇ 6 ਦੇ 6 ਕੰਮ ਉਹ ਨਹੀਂ ਸਨ ਕਰਦੇ। ਵੇਦ ਪੜ੍ਹਦੇ ਸਨ, ਪੜ੍ਹਾਉਂਦੇ ਵੀ ਕਿਸੇ ਕਿਸੇ ਨੂੰ ਸਨ, ਉਹ ਵੀ ਪੈਸੇ ਲੈ ਕੇ, ਵੈਸੇ ਨਹੀਂ। ਯੱਗ ਕਰਵਾਉਂਦੇ ਸਨ ਜਜਮਾਨਾਂ ਕੋਲੋਂ, ਆਪ ਯੱਗ ਕਰਨ ਦੀ ਉਹਨਾਂ ਨੂੰ ਕਦੀ ਲੋੜ ਹੀ ਮਹਿਸੂਸ ਨਹੀਂ ਸੀ ਹੁੰਦੀ। ਉਹਨਾਂ ਨੂੰ ਤਾਂ ਲੱਗਦਾ ਸੀਗਾ ਵੀ ਅਸੀਂ ਤਾਂ ਪਾਸ ਹੋਏ ਹੋਏ ਹਾਂ, ਸਾਨੂੰ ਕੋਈ ਸਾਡਾ ਜੀਵਨ ਤਾਂ ਸਫਲ ਹੀ ਹੈ। ਉਹਨਾਂ ਨੂੰ ਕੋਈ ਯੱਗ ਕਰਨ ਦੀ ਵੀ, ਯੱਗ ਕਰਨ ਦੇ ਨਾਲ ਆਪਣੇ ਆਪ ਨੂੰ ਡਿਸਿਪਲਿਨ, ਕਿਸੇ ਖਾਸ ਇੱਕ ਡਿਸਿਪਲਿਨ ਦੇ ਵਿੱਚ ਬੰਨਣਾ, ਤਾਂ ਉਹ ਯੱਗ ਕਰਵਾਉਂਦੇ ਸਨ, ਉਹ ਵੀ ਸਿਰਫ ਮਾਇਆ ਕਮਾਉਣ ਦੀ ਖਾਤਰ। ਦਾਨ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਉਹ ਕੇਵਲ ਦਾਨ ਲੈਣ ਵਿੱਚ ਵਿਸ਼ਵਾਸ ਰੱਖਦੇ ਸਨ। ਕਿਉਂਕਿ ਸਾਰਾ ਫੋਕਸ ਜਿਹੜਾ ਹੋ ਜਾਂਦਾ ਸੀਗਾ, ਉਹ ਇਹ ਹੋ ਜਾਂਦਾ ਸੀਗਾ ਕਿ ਆਪਣਾ ਜਿੰਨਾ ਕੁ ਉਹਨਾਂ ਨੇ ਕਿਤਾਬੀ ਗਿਆਨ ਹਾਸਲ ਕੀਤਾ ਹੋਇਆ ਹੈ, ਉਹਦੇ ਵਰਤੋਂ ਕਰਕੇ ਉਹ ਕਿੰਨਾ ਕੁ ਦਾਨ ਹਾਸਲ ਕਰ ਸਕਦੇ ਹਨ ਤੇ ਕਿੰਨਾ ਕੁ ਪੈਸਾ ਕਮਾ ਸਕਦੇ ਹਨ। ਇਸ ਸਾਰੀ ਜਿਹੜੀ ਹੈ ਦੌੜ, ਪੈਸੇ ਦੀ ਦੌੜ ਨੇ ਉਹਨਾਂ ਦੀ ਸੋਚ ਨੂੰ ਵੀ ਜਿਹੜਾ ਹੈ ਉਹ ਕਰਪਟ ਕਰ ਦਿੱਤਾ ਹੈ। ਜਿਵੇਂ ਅੱਜ ਦੇ ਜ਼ਮਾਨੇ ਤੁਸੀਂ ਦੇਖ ਲਓ, ਸਾਡੇ ਸਿੱਖੀ ਸਮਾਜ ਦੇ ਅੰਦਰ ਜਿਹੜੇ ਗੁਰੂ ਕੇ ਕੀਰਤਨੀਏ ਹਨ, ਕਥਾਵਾਚਕ ਹਨ, ਹੋਰ ਪ੍ਰਚਾਰਕ ਹਨ, ਉਹਨਾਂ ਨੇ ਇਹ ਵਾਲੀ ਕਿਰਤ ਅਪਣਾਈ। ਚਲੋ ਮਾੜੀ ਗੱਲ ਨਹੀਂ ਹੈ, ਕੋਈ ਗੁਰਬਾਣੀ ਦਾ ਕੀਰਤਨ ਕਰਦਾ ਹੈ ਫੁੱਲ ਟਾਈਮ ਬੇਸਿਸ ਦੇ ਉੱਤੇ, ਕੋਈ ਧਾਰਮਿਕ ਗਿਆਨ ਹਾਸਲ ਕਰਕੇ ਦੂਜਿਆਂ ਦੇ ਵਿੱਚ ਉਹ ਗਿਆਨ ਪ੍ਰਚਾਰਦਾ ਹੈ, ਕੋਈ ਮਾੜੀ ਗੱਲ ਨਹੀਂ ਹੈ। ਔਰ ਉਸ ਗਿਆਨ ਦੇ ਆਧਾਰ ਦੇ ਉੱਤੇ ਉਹਨੂੰ ਜੀਵਨ ਨਿਰਵਾਹ ਦੇ ਵਾਸਤੇ ਰੁਪਇਆ ਪੈਸਾ ਮਿਲਣਾ ਵੀ ਚਾਹੀਦਾ ਹੈ। ਕੋਈ ਪ੍ਰੋਫੈਸ਼ਨਲ ਪ੍ਰਚਾਰਕ ਬਣਨਾ ਆਪਣੇ ਆਪ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਮਾੜੀ ਉਦੋਂ ਹੁੰਦੀ ਹੈ ਗੱਲ ਕਿ ਜਦੋਂ ਜਿਹੜਾ ਗਿਆਨ ਉਹਨੇ ਪੜ੍ਹਿਆ ਤੇ ਪੜ੍ਹਾਉਣ ਦੀ ਵਾਸਤੇ ਲੋਕਾਂ ਦੇ ਸਾਹਮਣੇ ਬੋਲ ਕੇ ਲੋਕਾਂ ਨੂੰ ਦੱਸਿਆ ਹੈ, ਉਹਨੂੰ ਆਪਣੇ ਜੀਵਨ 'ਚ ਅਪਲਾਈ ਕਰਨ ਦਾ ਵੇਲਾ ਆਉਂਦਾ ਹੈ ਤੇ ਉਸ ਵੇਲੇ ਉਹ ਧਿਆਨ ਉੱਡ ਜਾਂਦਾ ਹੈ। ਮੈਂ ਬੜਾ ਹੈਰਾਨ ਹੋਇਆ ਜਦੋਂ 2 ਰਾਗੀ ਜੱਥੇ ਕਿਧਰੇ ਬੈਠੇ ਸੀਗੇ ਤੇ ਮੈਂ ਉਹਨਾਂ ਦੀ ਗੱਲਾਂ ਸੁਣ ਰਿਹਾ ਸੀਗਾ, ਤੇ ਉਹ ਆਪਸ ਵਿੱਚ ਗੱਲਾਂ ਕੀ ਕਰ ਰਹੇ ਸਨ, ਆਖੇ ਤੇਰੀ ਵਿਸਾਖੀ ਕਿੰਨੇ ਤੋਂ ਲੱਗੀ, ਤੇਰਾ ਫਲਾਣਾ ਗੁਰਪੁਰਬ ਕਿੰਨੇ ਤੋਂ ਲੱਗਿਆ। ਪਹਿਲੇ ਤਾਂ ਮੈਨੂੰ ਗੱਲ ਹੀ ਨਹੀਂ ਸਮਝ ਆਈ, ਇਹ ਵਿਸਾਖੀ ਲੱਗੀ ਤੇ ਗੁਰਪੁਰਬ ਲੱਗਿਆ, ਇਹ ਮਤਲਬ ਕੀ ਹੋ ਰਿਹਾ ਹੈ। ਫਿਰ ਥੋੜਾ ਗੱਲ ਸਮਝ ਆਈ ਕਿ ਵੀ ਉਹ ਤਾਂ ਇਹ ਗੱਲ ਕਰ ਰਹੇ ਹਨ ਵੀ ਇਹ ਫਲਾਣੇ ਵਿਸਾਖੀ ਹੁਣ ਲੰਘੀ ਹੈ ਤੇ ਤੂੰ ਕਿੰਨੇ ਨੋਟ ਕਮਾਏ ਨੇ, ਤੇ ਸਾਹਮਣੇ ਦੂਜਾ ਗੁਰਪੁਰਬ ਆ ਰਿਹਾ ਹੈ ਤੇ ਉਹ ਕਿੰਨੀ ਕੁ ਬੁਕਿੰਗ ਤੈਨੂੰ ਮਿਲ ਚੁੱਕੀ ਹੈ। ਉਹ ਸਾਰਾ ਫੋਕਸ ਉਹਨਾਂ ਦਾ ਇਹ ਹੈ ਕਿ ਵੀ ਨੋਟ ਕਿੰਨੇ ਹੈ, ਕਿਉਂਕਿ ਉਹਨਾਂ ਦੇ ਰੇਟ ਗੁਰਪੁਰਬਾਂ ਦੇ ਉੱਤੇ ਚੜ ਜਾਂਦੇ ਨੇ। ਜਿਵੇਂ 에ਅਰਲਾਈਨ ਵਾਲੇ ਵੀ ਜਦੋਂ ਕੋਈ ਖਾਸ ਮੁਸ਼ਕਲ ਹੋ ਜਾਵੇ, ਸੀਟਾਂ ਦੀ ਸ਼ਾਰਟੇਜ ਹੋ ਜਾਵੇ, ਤੇ ਉਹ ਆਪਣੇ ਫਲਾਈਟਾਂ ਦੇ ਰੇਟ ਵਧਾ ਦਿੰਦੇ ਨੇ। तो ये सारा कमर्शियल एटीट्यूड हो जाता है। तो जिसले कमर्शियल एटीट्यूड हो जाता है तो जो डिसेंट सोसाइटी के नॉर्म्स होंगे ने, जो समाज के कुछ मर्यादावां होंदियां ने, उन्हां चीज़ों नूं भी वो लोग भुल जाते हैं। तो ऐसे ही हालात जिहड़ा है वो इस पौड़ी च गुरु साहब वर्णन कर रहे हैं उस जमाने के पांधियां के जीवन के विच। वो कहते हैं कि संजम गयो मूड़े, एक दान तुद कुथाए लिया। ਤੇ ਨਿਰੀ ਮਾਇਆ ਦੀ ਖਾਤਰ ਪੜਨ ਪੜਾਉਣ ਦੇ ਕਾਰਨ ਲਾਲਚ ਵਸ ਹੋ ਕੇ
ਤੂੰ ਆਪਣਾ ਸੰਜਮ ਵੀ, ਆਪਣਾ ਜੀਵਨ ਦਾ ਡਿਸਪਲਿਨ ਵੀ ਗਵਾ ਚੁੱਕਿਆ ਹੈ, ਜਿਹੜੀ ਮਰਿਆਦਾ ਹੈ ਤੂੰ ਉਹਨੂੰ ਵੀ ਭੁੱਲ ਚੁੱਕਿਆ ਹੈ। ਤੈਨੂੰ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਮੈਂ ਕਿੱਥੋਂ ਦਾਨ ਲੈਣਾ ਹੈ ਤੇ ਕਿੱਥੋਂ ਨਹੀਂ ਲੈਣਾ। ਤੇਰਾ ਜੀਵਨ ਦਾ ਫੋਕਸ ਸਿਰਫ ਇਹ ਹੈ ਵੀ ਪੈਸਾ ਇਕੱਠਾ ਕਰਨਾ ਹੈ ਜਿੱਥੋਂ ਮਰਜ਼ੀ ਮਿਲੇ। तो इसलिए एक दान खुद कुथाए लिया, कुथाए मैंने गलत था तू, जितों नहीं सी लेना बंदा उतों भी तू दान लिया। कितों? वो फिर अगली पंक्ति गल क्लीयर करते हैं कि साई पुत्री जजमान की सा तेरी एक तान खादा तेरा जन्म गया। ਭਾਰਤੀ ਸਮਾਜ ਦੇ ਵਿੱਚ ਇਹ ਪੁਰਾਣੇ ਜ਼ਮਾਨੇ ਦੇ ਅੰਦਰ ਇੱਕ ਗੱਲ ਬੜੀ ਦ੍ਰਿੜਤਾ ਦੇ ਨਾਲ ਫੋਲੋ ਕੀਤੀ ਜਾਂਦੀ ਸੀ ਕਿ ਧੀਆਂ ਬੇਟੀਆਂ ਸਭ ਦੀਆਂ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਖਾਸ ਤੌਰ ਤੇ ਜਿਹੜੀ ਕਲੋਜ਼ ਸੁਸਾਇਟੀਆਂ ਸਨ, ਸਾਡੀ ਪਿੰਡਾਂ ਦੇ ਅੰਦਰ ਸਮਾਜ ਸੀ, ਉਹਦੇ ਵਿੱਚ ਤਾਂ ਇਹ ਹੁੰਦਾ ਸੀਗਾ ਕਿ ਵੀ ਜਿਹੜੀ ਇੱਕ ਕਿਸੇ ਦੀ ਧੀ ਹੈ ਉਹ ਸਾਰੇ ਪਿੰਡ ਦੀ ਧੀ ਹੈ। ਇਹ ਉਨੇ ਹੀ ਪਿਆਰ, ਉਨੀ ਹੀ ਜ਼ਿੰਮੇਵਾਰੀ ਦੇ ਨਾਲ ਉਹਨੂੰ ਵਰਤਿਆ ਜਾਂਦਾ, ਉਹਦੇ ਨਾਲ ਵਰਤਾਰਾ ਕੀਤਾ ਜਾਂਦਾ ਸੀਗਾ ਜਿੰਨੇ ਉਹਦਾ ਸੱਕੇ ਮਾਂ-ਬਾਪ ਨੇ ਕਰਨਾ ਹੁੰਦਾ ਸੀ। ਸੋ ਇਸੇ ਕਰਕੇ ਹੀ ਸਮਾਜ ਦੇ ਅੰਦਰ ਇਹ ਵੀ ਨਿਯਮ ਸੀਗਾ ਕਿ ਬੇਟੀ ਦੀ ਸ਼ਾਦੀ ਦੇ ਵਿੱਚ ਕੋਈ ਬੰਦਾ ਵੀ ਜਿਹੜਾ ਵੀ ਯੋਗਦਾਨ ਪਾਉਂਦਾ ਸੀਗਾ ਉਹਦੇ ਉਹ ਪੈਸੇ ਉਸ ਕੁੜੀ ਦੇ ਵਿਆਹ ਦੇ ਵੇਲੇ ਉਹ ਉਹਦੇ ਮਾਪਿਓ ਕੋਲੋਂ ਲੈਂਦਾ ਨਹੀਂ ਸੀਗਾ। ਵੀ ਤੇਰੀ ਧੀ ਮੇਰੀ ਧੀ ਸਾਂਝੀ, ਆਪਣੀ ਧੀ ਦੇ ਵਿਆਹ ਦੇ ਕੋਈ ਖਰਚਾ ਕੋਈ ਥੋੜਾ ਮੰਗਦਾ ਹੈ। ਉਸ ਮਰਿਆਦਾ ਨੂੰ ਵੀ ਇਹ ਬਾਹਮਣ ਜਿਹੜੇ ਸੀ ਨਾ ਇਹ ਭੁੱਲ ਜਾਂਦੇ ਸੀਗੇ ਤੇ ਉੱਥੋਂ ਹੀ ਦਾਨ ਦਖਣਾ ਵਸੂਲ ਕਰ ਲੈਂਦੇ ਸੀ। ਉਸੇ ਗੱਲ ਦਾ ਰੈਫਰੈਂਸ ਦਿੰਦੇ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਈ ਪੁੱਤਰੀ ਜਜਮਾਨ ਕੀ, ਜਜਮਾਨ ਹੁੰਦਾ ਹੈ ਉਹ ਬੰਦਾ ਜਿਹੜਾ ਪੰਡਤ ਦੇ ਕੋਲੋਂ ਜਿਹੜੇ ਧਰਮ ਕਰਮ, ਜਿਹੜੇ ਜੋ ਵੀ ਕਰਮ ਕਾਂਡ ਕਰਵਾ ਰਿਹਾ ਹੈ। ਅੱਜ ਦੀ ਬੋਲੀ 'ਚ ਕਹੀਏ ਤੇ ਕਲਾਇੰਟ ਅਸੀਂ ਕਹਿ ਸਕਦੇ ਹਾਂ। तो जजमान, तो गुरु साहब कहते हैं कि हे पंडित, जो जजमान की धी है वो तेरी धी बराबर ही है। ये तो दान खद है, दान माने जो दान दक्षिणा तो को दान का आखिरी अर्थ है वैसे तो चावल होंदा है। भाव जिस जो तेरे अपने खान पान वास्ते जो भी धन पदार्थ या होर गिफ्ट तू अपने जजमान को लईयां, तो ये तो दान खद है तेरा जन्म गया। कि जे तू धी का विआह कराने के बदले दे विच उहदे कोलों पैसा ले लिया तो ये तो तेरा जन्म मानो इन्हां दा व्यर्थ हो गया। भी तू तो जो मर्यादा सी अपने प्रोफैशन की वो भी नहीं तू फॉलो कर सकिया। तो हुण ये पंक्ति गुरबाणी के अंदर कायम है। ये पंक्ति साडे रागी ਸਿੰਘਾਂ ने भी पढ़ी हुई है। ਉਹਨਾਂ ਨੂੰ ਇਹ ਦਿਮਾਗ ਵਿੱਚ ਆ ਗਿਆ ਵੀ ਕਿਤੇ ਸਾਡੇ ਉੱਤੇ ਵੀ ਇਹ ਗੱਲ ਕੋਈ ਟੰਕਣ ਨਾ ਕਰ ਦੇਵੇ ਕਿ ਤੁਸੀਂ ਕੁੜੀ ਦੇ ਕੋਲੋਂ ਵਿਆਹ ਦੇ ਪੈਸੇ ਕਿਉਂ ਵਸੂਲ ਕਰ ਲਿਓ। ਉਂਝ ਤਾਂ ਵਿਆਹਾਂ ਦੇ ਉੱਤੇ ਰੇਟ ਬੜੇ ਉਹ ਚੜਾ ਕੇ ਆਪਣੀ ਭੇਟਾ ਲੈਂਦੇ ਹਨ। तो ਉਹਦਾ ਹੱਲ ਉਹਨਾਂ ਨੇ ਇਹ ਕੱਢਿਆ ਜੀ ਕਿ ਭਈ ਮੁੰਡੇ ਵਾਲਿਆਂ ਕੋਲੋਂ ਪੈਸੇ ਲਵਾਂਗੇ, ਕੁੜੀ ਵਾਲਿਆਂ ਕੋਲੋਂ ਨਹੀਂ ਲਵਾਂਗੇ। तो ਹੁਣ ਆਨੰਦ ਕਾਰਜ ਵੇਲੇ ਆਨੰਦ ਕਾਰਜ ਹੁੰਦਾ ਕੁੜੀ ਵਾਲਿਆਂ ਦੇ ਘਰ, ਬਾਕੀ ਸਾਰੇ ਅਰੇਂਜਮੈਂਟ ਸਾਰੇ ਖਰਚੇ ਉਹ ਕਰਦੇ ਨੇ। ਸਾਰੀ ਸਾਜ ਸਜਾਵਟ, ਟੈਂਟ ਕਨਾਤਾਂ, ਦਰੀਆਂ, ਗਲੀਚੇ, ਖਾਣ ਪੀਣ ਦਾ ਇੰਤਜ਼ਾਮ, ਹੋਰ ਸਜਾਵਟਾਂ ਸਾਰੇ ਕੰਮ ਉਹ ਕਰਦੇ ਨੇ, ਸਾਰੇ ਖਰਚੇ ਉਹ ਕਰਦੇ ਨੇ। ਪਰ ਰਾਗੀ ਜਿਹੜਾ ਹੈ ਨਾ ਉਹ ਮੁੰਡੇ ਵਾਲੇ ਲੈ ਕੇ ਆਉਂਦੇ ਨੇ। तो मैंने अपने बचपन के दिन याद है जो साढ़े घर विआह शादियां होनियां ये रागी मुंडे वाले लियाउणगे, बाकी सारे काम कुड़ी वाले करनगे। मैनूं समझ ना पवे ये की वजह है भी या तो सारे काम ही वंड के करो या पता लगे भी जे सब कुड़ी वाले होर सारे खर्चे कर रहे हैं एक रागी तक मतलब भेटा ही नहीं दे सकते हो, ये की वजह भी वो मुंडे वाले लैके आउण। तो वो फिर बाद विच गल समझाई गई मैनूं कि बई ये उन्हां नूं लग्गिया कि बई जे किसी कुड़ी वालियां कोलों पैसे ले ले तो सानूं ये गल पएगी कि साई पुत्री जजमान की सा तेरी ये तान खद है तेरा जन्म गया। तो उन्होंने अपने आप को इस इल्जाम तो बचाने वास्ते अपने दिमाग की जी सही चलाकी नाल वरतों की ते ये फार्मूला कढ़ लिया कि बई कीर्तन की भेटा छड्डनी तो है नहीं, लैनी जरूर है पर मुंडे वाले को ले लेंगे। खैर पर इत्थे जो भावार्थ है वो ये है कि बंदे दा धर्म प्रचारक का सारा फोकस है माया के उत्ते। उन्होंने ये भी सोच नहीं रही कि उन्हें किदे कोलों पैसा लेना है तो किदे कोलों नहीं लेना। तो वो पंडित को शायद ये ध्यान नहीं रहा होना, उन्हें कुड़ी वाले कोलों भी ले ले होने ने पैसे तो या ले लेंदे होणगे उस जमाने के अंदर, जिस करके गुरु साहब ने ये गल जो है दसी पॉइंट आउट की है कि पंडित तो इतना ज्यादा अपनी मर्यादा नूं भी भुला बैठा है कि संजम गयो मूड़े
ਏਕ ਦਾਨ ਤੁਧ ਕੁਥਾਏ ਲਿਆ, ਗਲਤ ਥਾਂ ਤੋਂ ਲੈ ਲਿਆ ਤੂੰ ਥਾਂ ਜਿੱਥੋਂ ਨਹੀਂ ਸੀ ਲੈਣਾ ਬੰਦਾ। ਈਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਇਹ ਧਾਨ ਖਾਧਾ ਤੇਰਾ ਜਨਮ ਗਿਆ। ਤੂੰ ਉਸ ਕੁੜੀ ਦੇ ਵਿਆਹ ਤੇ ਵੀ ਪੈਸੇ ਦਕਸ਼ਨਾ ਵਸੂਲ ਕਰ ਲਈ, ਉੱਥੇ ਵੀ ਲਿਹਾਜ਼ ਨਹੀਂ ਕੀਤਾ। ਇੰਨਾ ਜ਼ਿਆਦਾ ਤੂੰ ਮਾਇਆ ਦੇ ਵਿੱਚ ਖਚਤ ਹੈ, ਇੰਨਾ ਜ਼ਿਆਦਾ ਧਿਆਨ ਤੇਰਾ ਮਾਇਆ ਕਮਾਉਣ ਵਾਲੇ ਪਾਸੇ ਹੈ ਕਿ ਤੈਨੂੰ ਇਹ ਸ਼ਰਮ ਵੀ ਨਹੀਂ ਆਈ ਕਿ ਤੂੰ ਕਿਸੇ ਦੀ ਕੁੜੀ ਦੇ ਵਿਆਹ ਦੇ ਵੀ ਪੈਸੇ ਛੱਡ ਦੇਵੇਂ। ਤੋ ਪਰ ਇਹਦੇ ਇਸ ਕੋਈ ਕੁੜੀ ਮੁੰਡੇ ਦਾ ਕੋਈ ਫਰਕ ਕਰਨ ਦੀ ਕੋਈ ਗੁਰੂ ਸਾਹਿਬ ਇੱਥੇ ਐਂਡੋਰਸਮੈਂਟ ਨਹੀਂ ਕਰ ਰਹੇ ਕਿ ਬਈ ਕੁੜੀ ਦੇ ਵਾਸਤੇ ਨਹੀਂ ਕਰਨਾ ਜਾਂ ਮੁੰਡੇ ਵਾਸਤੇ ਕਰਨਾ ਹੈ। ਗੱਲ ਪ੍ਰਚਲਿਤ ਮਰਿਆਦਾ ਦੀ ਸੀ। ਇਹ ਮਰਿਆਦਾ ਵੀ ਉਹਨਾਂ ਦੇ ਪੰਡਤਾਂ ਦੀ ਆਪਣੀ ਹੀ ਬਣਾਈ ਹੋਈ ਸੀ, ਸਮਾਜ ਦੀ ਬਣਾਈ ਹੋਈ ਮਰਿਆਦਾ ਸੀ। ਸਮਾਜ ਦੀ ਮਰਿਆਦਾ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਜੇ ਸਮਾਜ ਦੇ ਬੰਦੇ ਸਮਾਜ ਦੀ ਮਰਿਆਦਾ ਨੂੰ ਨਾ ਮੰਨਣ ਤਾਂ ਫਿਰ ਤੇ ਉਹਨਾਂ ਤੇ ਦੋਸ਼ ਆਉਂਦਾ ਹੀ ਆਉਂਦਾ ਹੈ। ਤੇ ਇਹ ਮਰਿਆਦਾ ਦਾ ਜੋ ਪਾਲਣ ਕਰਨ ਦੀ ਸਿੱਖਿਆ ਦੇਣ ਵਾਲਾ ਪੰਥ ਆ, ਜੇ ਆਪ ਹੀ ਆਪਣੇ ਜੀਵਨ ਵਿੱਚ ਉਹ ਮਰਿਆਦਾ ਨਾ ਫਾਲੋ ਕਰੇ ਤਾਂ ਉਹਨੂੰ ਸਵਾਲ ਕਰਨਾ ਤਾਂ ਬਣਦਾ ਹੀ ਹੈ। ਤਾਂ ਉਸ ਸੈਂਸ ਦੇ ਅੰਦਰ ਗੁਰੂ ਸਾਹਿਬ ਨੇ ਜੋ ਹੈ ਵਰਣਨ ਇਸ ਪੌੜੀ ਦੇ ਅੰਦਰ ਕੀਤਾ ਹੈ। ਇਹਦੇ ਤੋਂ ਕੋਈ ਇਹ ਨਿਰਣਾ ਕਰਕੇ ਤੇ ਇਹ ਉਟੰਕਨ ਨਾ ਕਰ ਲਵੇ ਵੀ ਗੁਰੂ ਸਾਹਿਬ ਨੇ ਵੀ ਕੁੜੀ ਔਰ ਮੁੰਡੇ ਦੇ ਵਿੱਚ ਫਰਕ ਕਰ ਦਿੱਤਾ ਹੈ। ਇਹ ਜੋ ਉਸ ਸਮੇਂ ਦੀ ਮਰਿਆਦਾ ਪ੍ਰਚਲਿਤ ਸੀ ਉਹਦੇ ਰੈਫਰੈਂਸ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਪੰਡਿਤ ਦਾ ਸਾਰਾ ਜੋ ਫੋਕਸ ਹੈ, ਧਿਆਨ ਹੈ, ਉਹ ਧਨ ਕਮਾਉਣ ਵਾਸਤੇ ਹੈ ਤੇ ਉਹਨੂੰ ਉਸ ਵਕਤ ਦੇ ਜੋ ਨਿਯਮ ਹਨ, ਜੋ ਵਕਤ ਦੀ ਮਰਿਆਦਾ ਹੈ, ਉਸ ਦਾ ਵੀ ਧਿਆਨ ਨਹੀਂ ਰਹਿੰਦਾ। ਉਹ ਇੰਨਾ ਲਾਲਚ ਵਿੱਚ ਖੁੱਭਿਆ ਹੁੰਦਾ ਹੈ। ਸੋ ਇਹ 6ਵੀਂ ਪੌੜੀ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਸਮਾਂ ਹੋ ਗਿਆ ਹੈ। ਇਸ ਤੋਂ ਅਗਲੀ ਵਿਚਾਰ ਜਿਹੜੀ ਹੈ ਉਹ ਅਸੀਂ ਅੱਗੋਂ ਕੱਲ ਲਵਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਭੁੱਲਾਂ ਗਲਤੀਆਂ ਦੀ ਖਿਮਾ ਮੰਗਦੇ ਹਾਂ ਜੀ। ਅੱਜ ਦੀ ਵਿਚਾਰ ਨਾਲ ਸੰਬੰਧਿਤ ਕਿਸੇ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਸਾਂਝੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ,